ਪ੍ਰਾਈਮ ਟਾਈਮ ਚਰਚਾ ਪ੍ਰੋਗਰਾਮ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਂ ਹਾਂ ਮਨੀਸ਼ ਪਿਆਲਾ ਅਤੇ ਅੱਜ ਦਾ ਇਹ ਪ੍ਰੋਗਰਾਮ ਲਾਈਵ ਕੀਤਾ ਜਾ ਰਿਹਾ ਹੈ। ਇਸ ਲਾਈਵ ਪ੍ਰੋਗਰਾਮ ਨੂੰ ਤੁਸੀਂ ਡਿਸ਼ ਟੀਵੀ ਦੇ ਉੱਤੇ ਦੇਖ ਰਹੇ ਹੋ, ਨਾਲ ਹੀ ਇਸ ਦਾ ਸਿੱਧਾ ਪ੍ਰਸਾਰਣ ਸਲਿੰਗ ਟੀਵੀ ਦੇ ਉੱਤੇ ਹੈਗਾ ਅਤੇ ਵੱਖ-ਵੱਖ ਮੁਲਕਾਂ ਦੇ ਵੱਖ-ਵੱਖ ਮਾਧਿਅਮ ਰਾਹੀਂ ਤੁਸੀਂ ਇਸ ਪ੍ਰੋਗਰਾਮ ਨੂੰ ਲਾਈਵ ਵੇਖ ਰਹੇ ਹੋ। ਤੁਸੀਂ ਇਸ ਪ੍ਰੋਗਰਾਮ ਦੇ ਨਾਲ ਵੱਖ-ਵੱਖ ਤਰੀਕੇ ਨਾਲ ਜੁੜ ਵੀ ਸਕਦੇ ਹੋ। ਤੁਸੀਂ ਆਪਣੇ ਸੁਝਾਅ ਸਾਨੂੰ ਟੈਲੀਫੋਨ ਦੇ ਰਾਹੀਂ, ਉਸ ਲਈ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਨੰਬਰ ਆ ਰਿਹਾ, ਉਸ ਦੇ ਉੱਤੇ ਡਾਇਲ ਕਰਕੇ ਤੁਸੀਂ ਆਪਣੇ ਸੁਝਾਅ ਜਿਹੜੇ ਨੇ ਉਹ ਸਾਨੂੰ ਟੈਲੀਫੋਨ ਰਾਹੀਂ ਵੀ ਦੇ ਸਕਦੇ ਹੋ। ਅਤੇ ਨਾਲ ਹੀ ਨਾਲ ਜਦੋਂ ਤੁਸੀਂ ਸੋਸ਼ਲ ਮੀਡੀਆ ਯਾਨੀ ਫੇਸਬੁੱਕ ਅਤੇ ਯੂਟਿਊਬ ਤੇ ਇਸ ਪ੍ਰੋਗਰਾਮ ਨੂੰ ਲਾਈਵ ਦੇਖੋਗੇ, ਕਮੈਂਟਾਂ ਦੇ ਰਾਹੀਂ ਵੀ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਅੱਜ ਦਾ ਪ੍ਰੋਗਰਾਮ ਦਾ ਵਿਸ਼ਾ ਹੈਗਾ ਸੰਗਤਾਂ ਦੀ ਹੋ ਰਹੀ ਲੁੱਟ ਅਤੇ ਸਰਕਾਰ ਜੀ ਕੁਛ ਤੇ ਕਰੋ ਨਾ। ਬਿਲਕੁਲ, ਕਿਉਂਕਿ ਸੰਗਤਾਂ ਜਿਹੜੀਆਂ ਨੇ ਲੰਮੇ ਸਮੇਂ ਤੋਂ ਸਰਕਾਰਾਂ ਨੂੰ ਦਰਖਾਸਤ ਕਰ ਰਹੀਆਂ ਨੇ ਕਿ ਅਸੀਂ ਜਿਸ ਤਰੀਕੇ ਨਾਲ ਗੁਰੂ ਘਰਾਂ ਦੇ ਵੱਖ-ਵੱਖ ਦਰਸ਼ਨ ਦਿਦਾਰੇ ਕਰਨ ਨੂੰ ਗਈਆਂ ਸਨ, ਉੱਥੇ ਫਸੀਆਂ ਹੋਈਆਂ ਨੇ ਤੇ ਕਿਰਪਾ ਕਰਕੇ ਸਰਕਾਰ ਜੀ ਕੁਛ ਤੇ ਕਰੋ, ਸਾਨੂੰ ਆਪਣੇ ਘਰਾਂ ਤੱਕ ਲੈ ਕੇ ਜਾਓ। ਅੱਜ ਉਸ ਵਿਸ਼ੇ ਦੇ ਉੱਤੇ ਅਸੀਂ ਜਿਹੜੀ ਹੈ ਅੱਜ ਗੱਲਬਾਤ ਕਰਾਂਗੇ ਅਤੇ ਜਿਹੜੀਆਂ ਸੰਗਤਾਂ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਇਸ ਵੇਲੇ ਫਸੀਆਂ ਹੋਈਆਂ ਨੇ, ਅੱਜ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਹਾਲਾਤ ਨੇ, ਕਿਸ ਤਰੀਕੇ ਦੇ ਪ੍ਰਬੰਧ ਨੇ ਤੇ ਸਰਕਾਰਾਂ ਵੱਲੋਂ ਕਿਸ ਤਰੀਕੇ ਦੇ ਆਸ਼ਵਾਸਨ ਜਿਹੜੇ ਨੇ ਉਹਨਾਂ ਨੂੰ ਮਿਲ ਰਹੇ ਨੇ। ਅਸੀਂ ਸਭ ਤੋਂ ਪਹਿਲਾਂ ਹਜ਼ੂਰ ਸਾਹਿਬ ਚੱਲਦੇ ਹਾਂ, ਜਿੱਥੇ ਬਾਬਾ ਨਰਿੰਦਰ ਸਿੰਘ ਜੀ ਨਾਲ ਅਸੀਂ ਥੋੜਾ ਚਿਰ ਜਿਹੜੀ ਗੱਲਬਾਤ ਕਰਾਂਗੇ, ਕਿਉਂਕਿ ਬਾਬਾ ਜੀ ਨੇ ਕਥਾ ਵਾਸਤੇ ਜਾਣਾ ਹੈਗਾ। ਅਸੀਂ ਉਹਨਾਂ ਕੋਲ ਬੇਨਤੀ ਕਰਕੇ ਕੁਝ ਸਮਾਂ ਮੰਗਿਆ ਸੀ ਕਿ ਜ਼ਰੂਰ ਸਾਡੇ ਦਰਸ਼ਕਾਂ ਨੂੰ ਜਿਹੜਾ ਤੁਸੀਂ ਆਪਣੇ ਵਚਨ ਦਿਓ ਅਤੇ ਸੰਗਤਾਂ ਨੂੰ ਨਾਲ ਹੀ ਨਾਲ ਹੌਸਲਾ ਵੀ ਦਿਓ ਜਿਹੜੀਆਂ ਇਸ ਵੇਲੇ ਹਜ਼ੂਰ ਸਾਹਿਬ ਦੇ ਵਿੱਚ ਹੈਗੀਆਂ ਨੇ, ਕਿ ਉਹਨਾਂ ਦਾ ਕਿਸ ਤਰੀਕੇ ਨਾਲ ਧਿਆਨ ਜਿਹੜਾ ਹੈ ਉਹ ਰੱਖਿਆ ਜਾ ਰਿਹਾ ਹੈ। ਸੋ ਸਭ ਤੋਂ ਪਹਿਲਾਂ ਅਸੀਂ ਹਜ਼ੂਰ ਸਾਹਿਬ ਚੱਲਦੇ ਹਾਂ, ਜਿੱਥੇ ਬਾਬਾ ਨਰਿੰਦਰ ਸਿੰਘ ਹੋਣਾ ਨਾਲ ਤੁਹਾਡੀ ਗੱਲ ਕਰਦੇ ਹਾਂ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਜਿਹੜਾ ਅੱਜ ਸਮਾਂ ਦਿੱਤਾ ਹੈ। ਬਹੁਤ ਧੰਨਵਾਦ ਤੁਹਾਡਾ। ਸਾਨੂੰ ਪਤਾ ਹੈ ਕਿ ਤੁਸੀਂ ਕਥਾ ਕਰਨ ਦੇ ਲਈ ਜਾਣਾ ਹੈ, ਪਰ ਤੁਹਾਡੇ ਬਚਨੋਂ ਅਸੀਂ ਜ਼ਰੂਰ ਜਿਹੜੇ ਇਹ ਸੁਣਨਾ ਚਾਹੁੰਦੇ ਹਾਂ, ਕਿਉਂਕਿ ਸੰਗਤਾਂ ਜਿਹੜੀਆਂ ਇਸ ਵੇਲੇ ਹਜ਼ੂਰ ਸਾਹਿਬ ਦੇ ਵਿੱਚ ਹੈਗੀਆਂ ਨੇ, ਵੱਖ-ਵੱਖ ਜ਼ਿਲ੍ਹਿਆਂ ਤੋਂ ਕੋਰੋਨਾ ਵਾਇਰਸ ਦੇ ਕਰਕੇ ਇੱਥੇ ਫਸੀਆਂ ਹੋਈਆਂ ਨੇ। ਤੁਸੀਂ ਉਹਨਾਂ ਨੂੰ ਕੀ ਜਿਹੜਾ ਇਸ ਵੇਲੇ ਆਸ਼ਵਾਸਨ ਦੇਣਾ ਚਾਹੋਗੇ ਅਤੇ ਸਰਕਾਰ ਦੇ ਨਾਲ ਤੁਹਾਡੀ ਕੀ ਗੱਲਬਾਤ ਜਿਹੜੀ ਹੁਣ ਤੱਕ ਹੋਈ ਹੈ ਜੀ? ਪਰਮ ਸਤਿਕਾਰਯੋਗ ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਾਹਮਣਾ ਹੋਈ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਕਰੋਨਾ ਵਾਇਰਸ ਦੀ ਬਿਮਾਰੀ ਜਿਹੜੀ ਪੂਰੇ ਸੰਸਾਰ ਭਰ ਦੇ ਵਿੱਚ ਸੀ, ਉਸ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਲਾਕਡਾਊਨ ਕੀਤਾ। ਇਸੇ ਦੌਰਾਨ ਭਾਰਤ ਦੇਸ਼ ਦੇ ਵਿੱਚ ਲਾਕਡਾਊਨ ਕੀਤਾ ਗਿਆ। ਇਸ ਲਾਕਡਾਊਨ ਦੇ ਅੰਦਰ ਸੰਦੇਸ਼ ਦਿੱਤਾ ਜਿੱਥੇ ਜਿੱਥੇ ਵੀ ਹੈ ਉੱਥੇ ਰੁਕੇ। ਇਸ ਕਰਕੇ ਹਜ਼ੂਰ ਸਾਹਿਬ ਜਿਹੜੀ ਸੰਗਤ ਦਰਸ਼ਨਾਂ ਵਾਸਤੇ ਆਈ ਸੀ, ਉਹ ਇਹਨਾਂ ਥਾਵਾਂ ਦੇ ਉੱਤੇ ਕੋਈ ਰੁਕੀ ਹੋਈ ਆ, ਕਿਉਂਕਿ ਹਰ ਇੱਕ ਦੇ ਪਿੱਛੇ ਕਿਸੇ ਦੇ ਬਜ਼ੁਰਗ, ਗ੍ਰਸਤੀ ਪਰਿਵਾਰ ਕਦੋਂ ਅਸੀਂ ਆਪਣੇ ਘਰ ਜਾਈਏ ਔਰ ਛੇਤੀ ਤੋਂ ਛੇਤੀ ਆਪਣੇ ਘਰ ਜਾਣਾ ਚਾਹੁੰਦੇ ਆ। ਅਸੀਂ ਸੰਗਤ ਨੂੰ ਇੱਥੇ ਰਹਿਣ ਦੀ ਕੋਈ ਮੁਸ਼ਕਲ ਨਹੀਂ ਗੀ, ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਮਰੇ ਸਾਰੇ ਗੁਰੂ ਕੀ ਸੰਗਤ ਦੇ ਆ ਔਰ ਗੁਰੂ ਕੀ ਸੰਗਤ ਕਮਰਿਆਂ ਵਿੱਚ ਰਹਿ ਰਹੀ ਆ। 24 ਘੰਟੇ ਗੁਰੂ ਨਾਨਕ ਸਾਹਿਬ ਦਾ ਲੰਗਰ ਆ ਵਰਤ ਰਿਹਾ, ਗੁਰੂ ਕੀ ਸੰਗਤ ਛਕ। ਹੋਰ ਜੇ ਕਿਸੇ ਨੂੰ ਕਿਸੇ ਦਵਾਈ ਬੂਟੀ ਦੀ ਲੋੜ ਆ, ਉਹ ਅਸੀਂ ਕਿਸੇ ਗੁਰੂ ਕੀ ਸੰਗਤ ਨੂੰ ਇੱਥੇ ਰਹਿਣ ਦਾ ਔਰ ਕਿਸੇ ਹੱਲ ਹੁੰਦੀ ਆ, ਫਿਰ ਵੀ ਉਹਨਾਂ ਦਾ ਅੰਦਰ ਦੀ ਇੱਕ ਆਂਗ ਆ ਕਿ ਅਸੀਂ ਆਪਣੇ ਪਰਿਵਾਰ ਵਿੱਚ ਜਾ ਕੇ ਬੈਠੀਏ। ਇਹ ਸੰਗਤਾਂ ਦਾ ਅੰਦਰਲਾ ਬਲਬਲਾ ਜਿਹੜਾ ਜ਼ਰੂਰੀ ਆ। ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਇਹ ਗੱਲ ਕਹਾਂਗੇ ਕਿ ਇਹਨਾਂ ਸੰਗਤਾਂ ਵਾਸਤੇ ਕੋਈ ਨਾ ਕੋਈ ਚੇਚੇ ਤੌਰ ਤੇ ਸੋਚਿਆ ਜਾਵੇ ਔਰ ਪਰਮਿਸ਼ਨ ਦਿੱਤੀ ਜਾਵੇ ਕਿ ਜੋ ਇਹ ਸੰਗਤਾਂ ਇੱਥੇ ਰੁਕ ਹੋਈਆਂ ਨੇ ਉਹ ਆਪਣੇ ਘਰਾਂ ਵਿੱਚ ਪਹੁੰਚ ਜਾਣ। ਗੁਰੂ ਮਹਾਰਾਜ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਅਸੀਂ ਤਾਂ ਕਹਿੰਦੇ ਹਾਂ ਵੀ ਇਹ ਕੌਨਾ
ਵਾਇਰਸ ਦੀ ਬਿਮਾਰੀ ਜਿਹੜੀ ਆ ਉਹ ਮਹਾਰਾਜ ਛੇਤੀ ਤੋਂ ਛੇਤੀ ਕਰੇ। ਇਸ ਸਭਾ ਵਿੱਚ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਸੰਤ ਬਾਬਾ ਨਿਧਾਨ ਸਿੰਘ ਜੀ ਨਾਂ ਕਾਰਡ ਰੋਡ ਨੰਦੇੜ, ਦਾਸ ਬਾਬਾ ਨਰਿੰਦਰ ਸਿੰਘ ਔਰ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਇੱਥੇ ਅਖੰਡ ਪਾਠਾਂ ਦੀ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਲੜੀ ਚਲਾਈ ਹੋਈ ਆ ਸਬਤ ਦੇ ਭਲੇ ਵਾਸਤੇ ਕੋਰੋਨਾ ਵਾਇਰਸ ਦੇ ਸੰਬੰਧ ਵਿੱਚ। ਅੱਜ 11ਵਾਂ ਪਾਠ ਜਿਹੜਾ ਉਹ ਚੱਲਣ ਦੇ ਭਲੇ ਵਾਸਤੇ ਅਸੀਂ ਇਹੋ ਹੀ ਅਰਦਾਸ ਕਰਾਂਗੇ ਕਿ ਮਹਾਰਾਜ ਸੰਸਾਰ ਭਰ ਦੇ ਵਿੱਚ ਸੁੱਖ ਵਰਤਾਉਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਰਬੱਤ ਦਾ ਭਲਾ ਕਰਨ। ਔਰ ਛੇਤੀ ਤੋਂ ਛੇਤੀ ਅਸੀਂ, ਕਿਉਂਕਿ ਜਿਹੜੀ ਪੁਣੇ ਤੋਂ ਸੰਗਤ ਰੁਕੀ ਹੋਈ ਸੀ ਕੁਝ ਦਿਨ ਪਹਿਲਾਂ, ਉਹ ਵੀ ਪਰਮਿਸ਼ਨ ਲੈ ਕੇ ਤਾਂ ਉਹ ਪੰਜਾਬ ਪਹੁੰਚੀ ਸੀ ਔਰ ਸ਼੍ਰੀ ਕਮੇਟੀ ਨੇ ਪ੍ਰਸ਼ਾਸਨ ਤੋਂ ਪਰਮਿਸ਼ਨ ਲੈ ਕੇ ਜੰਮੂ ਭੇਜੀ ਸੀ। ਇੱਕ ਯੂਪੀ ਦੇ ਵਿੱਚੋਂ ਕੋਈ 10-15 ਬੰਦੇ ਜਿਹੜੇ ਗਏ ਸੀ ਪੰਜਾਬ, ਉਹ ਅਸੀਂ ਐਪਲੀਕੇਸ਼ਨ ਦੇ ਉੱਤੇ ਪਰਮਿਸ਼ਨ ਦਿੱਤੀ ਸੀ। ਉਹਨਾਂ ਦੀ ਫੋਟੋ ਸ਼੍ਰੋਮਣੀ ਕਮੇਟੀ ਤੋਂ ਵੀ ਲੈ ਕੇ ਔਰ ਯੂਪੀ ਚੋਂ ਵੀ, ਔਰ ਇਸੇ ਤਰ੍ਹਾਂ ਹੀ ਪਟਨਾ ਸਾਹਿਬ ਤੋਂ ਮੰਗਾ ਕੇ ਇੱਥੋਂ ਦੇ ਜਿਹੜੇ ਕਲੈਕਟਰ ਸਾਹਿਬ ਆ ਉਹਨਾਂ ਨੂੰ, ਕਲੈਕਟਰ ਨੂੰ ਵੀ ਦਿੱਤੀ। ਤਾਂ ਉਹਨਾਂ ਨੇ ਪਟਨੇ ਗੱਲਬਾਤ ਵੀ ਕੀਤੀ ਔਰ ਇਸ ਤੋਂ ਅੱਗੇ ਉਹਨਾਂ ਕੋਈ ਅਜੇ ਤੱਕ ਕਹਿਣ ਤੋਂ ਭਾਵ ਕਿ ਪਰਮਿਸ਼ਨ ਨਹੀਂ ਦਿੱਤੀ ਗਈ। ਔਰ ਇਹੋ ਹੀਲ ਕਰਾਂਗੇ ਛੇਤੀ ਤੋਂ ਛੇਤੀ ਸੰਗਤਾਂ ਨੂੰ ਭੇਜਣ ਦੀ ਪਰਮਿਸ਼ਨ ਦਿੱਤੀ ਜਾਵੇ ਔਰ ਜੋ ਆਪੋ ਆਪਣੇ ਸੰਗਤਾਂ ਘਰਾਂ ਵਿੱਚ ਜਾ ਕੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ ਮਿਲ ਸਕਣ। ਇਹ ਇੰਨੀਆਂ ਬੇਨਤੀਆਂ ਕਰਦੇ ਹਾਂ ਕਿਉਂਕਿ ਇੱਥੇ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਸੰਗਤ ਨੂੰ ਕੋਈ ਰਹਿਣ ਦੀ ਮੁਸ਼ਕਲ ਨਹੀਂ, ਇੱਥੇ ਖਾਣ ਦੀ ਮੁਸ਼ਕਲ ਨਹੀਂ। ਜਿੱਥੇ ਇਹ ਸੰਗਤਾਂ ਗੁਰੂ ਸਾਹਿਬ ਦੀ ਸਾਰੇ ਸੁੱਖ ਆਨੰਦ ਮਾਣ ਰਹੀਆਂ ਨੇ, ਇਸ ਲੰਗਰ ਸਾਹਿਬ ਵੱਲੋਂ ਪੂਰੇ ਨੰਦੇੜ ਦੇ ਵਿੱਚ, ਹਜ਼ੂਰ ਸਾਹਿਬ ਦੇ ਵਿੱਚ, ਕਹਿਣ ਤੋਂ ਭਾਵ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਲੰਗਰ ਸਾਹਿਬ ਵੱਲੋਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੰਦਾਜ਼ਾ 4 ਲੱਖ ਲੋਕਾਂ ਨੂੰ ਲੰਗਰ ਦਿੱਤਾ ਰਿਹਾ ਗੁਰਦੁਆਰਾ ਲੰਗਰ ਸਾਹਿਬ ਵੱਲੋਂ। ਔਰ ਮਹਾਰਾਸ਼ਟਰ ਦੇ ਵਿੱਚ ਸਾਡਾ ਮਨਵਾੜਿਆ, ਚਾਂਦਵੜ, ਸ਼ਾਹਪੁਰ ਔਰ ਲੋਹਾ, ਬਾਬਾ ਦੀਪਾਸ ਔਰ ਜਗਲੂਰ, ਨਾਨਕ ਚੀਰੇ ਦੇ ਰਸਤੇ ਵਿੱਚ ਗੁਰੂ ਕੀ ਸੰਗਤ ਸਥਾਨਾਂ ਦੇ ਉੱਤੋਂ ਗੁਰੂ ਸੰਗਤ ਨੂੰ 4 ਲੱਖ ਲੰਗਰ, 4 ਲੱਖ ਆਦਮੀ ਦਾ ਲੰਗਰ ਰੋਜ਼ ਜਿਹੜਾ ਦਿੱਤਾ ਜਾ ਰਿਹਾ। ਇਹ ਗੁਰੂ ਨਾਨਕ ਸਾਹਿਬ ਦਾ ਲੰਗਰ ਆ, ਖਾਓ ਖਰਚੋ ਰਲ ਮਿਲ ਭਾਵ ਨਾ ਆਵੇ ਵੱਧ ਜਾਈ, ਗੁਰੂ ਕੇ ਲੰਗਰ ਜਾਂ ਘੜਨੀ। ਗੁਰੂ ਮਹਾਰਾਜ ਕਿਰਪਾ ਕਰਨ, ਇਸ ਤਰ੍ਹਾਂ ਲੈਂਦੇ ਰਹਿਣ ਜਦ ਤੱਕ ਲਾਕਡਾਊਨ ਰਹੇਗਾ, ਉਦੋਂ ਤੱਕ ਹੀ ਬਾਹਰ ਜਿਹੜਾ ਲੰਗਰ ਦਿੱਤਾ ਜਾ। ਗੁਰੂ ਮਹਾਰਾਜ ਸਾਡੇ ਸੁੱਖ ਵਰਤਾਉਣ। ਅਸੀਂ ਚੜ੍ਹਦੀ ਕਲਾ ਟਾਈਮ ਟੀਵੀ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜੇ ਹਰ ਇੱਕ ਦੇ ਕੰਨਾਂ ਤੱਕ ਆਵਾਜ਼ ਪਹੁੰਚਾ ਰਿਹਾ। ਗੁਰੂ ਕੀ ਸੰਗਤ ਜਿਹੜੀ ਆਪੋ ਆਪਣੇ ਘਰਾਂ ਵਿੱਚ ਚਲੀ ਜਾਵੇ ਔਰ ਗੁਰੂ ਮਹਾਰਾਜ ਕਿਰਪਾ ਕਰਨ, ਆਪਣੇ ਬੱਚਿਆਂ ਵਿੱਚ ਜਾ ਕੇ, ਆਪਣੇ ਪਰਿਵਾਰਾਂ ਵਿੱਚ ਜਾ ਕੇ ਸੁੱਖ ਆਨੰਦ ਮਾਣਨ, ਗੁਰੂ ਸਾਹਿਬ ਦੀਆਂ ਮਹਾਰਾਜ ਅੱਛੀਆਂ ਬਖਸ਼ਿਸ਼ ਤੋਰਨ ਔਰ ਪਰਮਿਸ਼ਨ ਮਿਲ ਜਾਵੇ। ਕੋਈ ਅਸੀਂ ਕਰਦੇ ਹਾਂ ਕਿਉਂਕਿ ਸਰਕਾਰ ਨੂੰ ਛੇਤੀ ਤੋਂ ਛੇਤੀ ਇਹਨਾਂ ਯਾਤਰੂਆਂ ਵਾਸਤੇ ਸੋਚਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਨੇ ਬਹੁਤ ਸੋਹਣੀ ਗੱਲ ਕੀਤੀ ਹੋਈ ਹੈ ਕਿ ਜਿਸ ਤਰੀਕੇ ਨਾਲ ਇਸ ਵੇਲੇ ਗੁਰੂ ਘਰ ਦੇ ਵਿੱਚ ਲੜੀਵਾਰ ਜਿਹੜੇ ਨੇ ਪਾਠ ਚੱਲ ਰਹੇ ਨੇ। ਇਸ ਵੇਲੇ 11ਵਾਂ ਪਾਠ ਜਿਹੜਾ ਉਹ ਆਰੰਭ ਹੋ ਚੁੱਕਾ ਹੋਇਆ ਹੈ ਤੇ ਇਹ ਸਿਰਫ ਇਸ ਕਰਕੇ ਕੀਤਾ ਜਾ ਰਿਹਾ ਕਿ ਦੁਨੀਆ ਭਰ ਦੇ ਵਿੱਚ ਜਿਹੜੀ ਇਹ ਮਹਾਂਮਾਰੀ ਫੈਲੀ ਹੋਈ ਹੈ ਉਸ ਦੇ ਉੱਤੇ ਵਾਹਿਗੁਰੂ ਕਿਰਪਾ ਕਰਨ, ਉਹਨੂੰ ਰੋਕੇ ਤੇ ਲੋਕ ਜਿਹੜਾ ਉਹ ਸੁੱਖ ਦਾ ਸਾਹ ਲੈਣ। ਬਾਬਾ ਜੀ ਨੇ ਹੋਰ ਵੀ ਜਿਹੜੀਆਂ ਬੜੀਆਂ ਗੱਲਾਂ ਕੀਤੀਆਂ ਨੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਆਖਿਆ ਕਿ ਅਸੀਂ ਜਿਹੜਾ ਆਪਣੇ ਵੱਲੋਂ ਵੀ ਪੂਰੇ ਪ੍ਰਬੰਧ ਕਰ ਰਹੇ ਹਾਂ ਕਿ ਜਿਹੜੀਆਂ ਸੰਗਤਾਂ ਇਸ ਵੇਲੇ ਰੁਕੀਆਂ ਹੋਈਆਂ ਨੇ, ਉਹ ਸੰਗਤਾਂ ਜਿਹੜੀਆਂ ਨੇ ਉਹਨਾਂ ਨੂੰ ਜਿਸ ਤਰੀਕੇ ਦੀ ਵੀ ਸਹੂਲਤ ਚਾਹੀਦੀ ਹੈ ਉਹ ਸਹੂਲਤ ਅਸੀਂ ਜਿਹੜੀ ਹੈ ਉਹ ਪੂਰੀ ਕਰ ਸਕੀਏ। ਦੂਸਰੇ ਪਾਸੇ ਉਹਨਾਂ ਨੇ ਸਰਕਾਰਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਸਰਕਾਰਾਂ ਨੂੰ ਵੀ ਆਪਣਾ ਫਰਜ਼ ਪਛਾਣਦੇ ਹੋਏ ਪ੍ਰਬੰਧ ਕਰਨੇ ਚਾਹੀਦੇ ਨੇ ਤਾਂ ਜੋ ਜਿਹੜੇ ਗੁਰੂ ਸਿੱਖ ਇਸ ਵੇਲੇ ਗੁਰੂ ਘਰ ਦੀ ਵਿੱਚ ਇਸ ਤਰੀਕੇ ਨਾਲ ਕੋਰੋਨਾ ਵਾਇਰਸ ਦੇ ਕਰਕੇ ਖਾਸ ਤੌਰ ਤੇ ਰੁਕੇ ਹੋਏ ਨੇ ਜਾਂ ਫਸੇ ਹੋਏ ਨੇ, ਉਹਨਾਂ ਨੂੰ ਕੋਈ ਜਾਣ ਦਾ ਜਿਹੜਾ ਉਹ ਸਾਧਨ ਨਹੀਂ ਲੱਭ ਰਿਹਾ, ਉਹ ਆਪਣੇ ਪਰਿਵਾਰਾਂ ਕੋਲ ਜਾ ਕੇ ਰਹਿ ਸਕਣ, ਆਪਣੇ ਬੱਚਿਆਂ ਨੂੰ ਮਿਲ ਸਕਣ ਤੇ ਸਰਕਾਰਾਂ ਨੂੰ ਇਹਦੇ ਵਾਸਤੇ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਜ਼ਰੂਰ ਕਰਨੇ ਚਾਹੀਦੇ ਨੇ। ਬਾਬਾ ਨਰਿੰਦਰ ਸਿੰਘ ਜੀ ਨੇ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਵੀ ਦੱਸਿਆ ਕਿ ਸੰਗਤਾਂ ਦਾ ਜਿਹੜਾ ਹਰ ਇੱਕ ਤਰੀਕੇ ਦਾ ਖਿਆਲ ਜਿਹੜਾ ਉੱਥੇ ਰੱਖਿਆ ਜਾ ਰਿਹਾ। ਇਹ ਆਪਣੇ ਆਪ 'ਚ ਬੜਾ ਜ਼ਰੂਰੀ ਸੀ ਕਿਉਂਕਿ ਬਾਬਾ ਜੀ ਨੇ ਜਿਹੜਾ ਹੁਣੇ ਕਥਾ ਦੀ ਸੇਵਾ ਦੇ ਉੱਤੇ ਜਾਣਾ ਸੀ ਤੇ ਅਸੀਂ ਚਾਹੁੰਦੇ ਸਾਂ ਕਿ ਉਹਨਾਂ ਦੇ ਜਿਹੜੇ ਬਚਨ ਨੇ ਅਸੀਂ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰੀਏ। ਸਭ ਤੋਂ ਪਹਿਲਾਂ ਤਾਂ ਸਰਦਾਰ
ਹਰਵਿੰਦਰ ਸਿੰਘ ਸੋਹਲ ਹੋਣਾ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸੰਗਤੀ ਰੂਪ ਦੇ ਵਿੱਚ ਬਾਬਾ ਜੀ ਅਤੇ ਸਾਡੇ ਵਿੱਚ ਜਿਹੜਾ ਸੰਪਰਕ ਕਰਵਾਇਆ ਤੇ ਉਹਨਾਂ ਦੇ ਜਿਹੜੇ ਬਚਨ ਹੈ ਉਹ ਸਾਡੇ ਤੱਕ ਅਤੇ ਸੰਗਤਾਂ ਤੱਕ ਜਿਹੜੇ ਨੇ ਇਸ ਵੇਲੇ ਵਿਊਅਰ ਤੱਕ ਜਿਹੜੇ ਨੇ ਉਹ ਪਹੁੰਚਾਏ ਨੇ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਸੋ ਹੁਣ ਅਸੀਂ ਜਿਹੜਾ ਇੱਕ ਚੰਗੀ ਰੂਪ ਰੇਖਾ ਦੇ ਨਾਲ ਜਿਹੜਾ ਉਹ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਵਿਸ਼ਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ, ਵਿਸ਼ਾ ਬੜਾ ਕਲੀਅਰ ਹੈਗਾ, ਜੇ ਤੋਂ ਸਮਝ ਲੈਣਾ ਚਾਹੀਦਾ। ਸੰਗਤਾਂ ਦੀ ਹੋ ਰਹੀ ਲੁੱਟ ਅਤੇ ਸਰਕਾਰ ਜੀ ਕੁਛ ਤੇ ਕਰੋ ਨਾ, ਇਹ ਆਪਣੇ ਆਪ 'ਚ ਦੋ ਹਿੱਸਿਆਂ ਦੇ ਵਿੱਚ ਅੱਜ ਦਾ ਵਿਸ਼ਾ ਹੈਗਾ। ਸੰਗਤਾਂ ਦੀ ਹੋ ਰਹੀ ਲੁੱਟ ਮੈਂ ਕਿਉਂ ਕਿਹਾ, ਜਦੋਂ ਗੁਰੂ ਘਰ ਦੇ ਵਿੱਚ ਬੈਠੇ ਨੇ ਫਿਰ ਤਾਂ ਲੁੱਟ ਨਹੀਂ ਹੋਣੀ ਚਾਹੀਦੀ, ਪਰ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਦੇ ਲਈ ਗਏ ਸੰਗਤਾਂ ਦੀ ਗਿਣਤੀ ਜਿਹੜੀ ਆ ਉਹ 3750 ਦੇ ਲਾਗੇ ਚਾਗੇ ਸੀ, ਜਿਹੜੀ ਹੁਣ ਤੱਕ ਸਾਨੂੰ ਐਗਜ਼ੈਕਟ ਮਿਲੀ ਹੈ। ਸੰਗਤਾਂ ਜਿਹੜੀਆਂ ਨੇ ਅਪ੍ਰੈਲ 4 ਤੋਂ ਬਾਅਦ ਕਾਹਲੀਆਂ ਪਈਆਂ ਹੋਈਆਂ ਸਨ ਅਤੇ ਲਗਾਤਾਰ ਉਹ ਸਰਕਾਰ ਨੂੰ ਜਿਹੜਾ ਸੀ ਉਹ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ ਕਿ ਸਾਡੇ ਜਾਣ ਵਾਸਤੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾਣ। ਗੁਰੂ ਘਰ ਦੇ ਵੱਲੋਂ ਬਾਬਾ ਨਰਿੰਦਰ ਸਿੰਘ ਜੀ ਹੋਣਾ ਵੱਲੋਂ ਅਤੇ ਬਾਬਾ ਬਲਵਿੰਦਰ ਸਿੰਘ ਜੀ ਹੋਣਾ ਵੱਲੋਂ ਪ੍ਰਬੰਧ ਵੀ ਕੀਤੇ ਗਏ ਸਨ ਕਿ ਜੇ ਸੰਗਤਾਂ ਦੇ ਜਾਣ ਦੇ ਲਈ ਸਰਕਾਰਾਂ ਪਰਮਿਸ਼ਨ ਦਿੰਦੀਆਂ ਨੇ ਤੇ ਅਸੀਂ ਆਪਣੇ ਟਰੱਕਾਂ ਦੇ ਰਾਹੀਂ, ਆਪਣੀਆਂ ਬੱਸਾਂ ਦੇ ਰਾਹੀਂ ਸੰਗਤਾਂ ਨੂੰ ਜਿਹੜਾ ਘਰੋਂ-ਘਰ ਭੇਜ ਸਕਦੇ ਹਾਂ, ਪਰ ਸਰਕਾਰ ਸਾਨੂੰ ਜਿਹੜੀ ਹੈ ਉਹ ਪਰਮਿਸ਼ਨ ਦੇਵੇ। ਪਰ ਸਰਕਾਰ ਨੇ ਕੁਝ ਵੀ ਇਹਦੇ ਉੱਤੇ ਨਹੀਂ ਬੋਲਿਆ। ਹੁਣ ਸੰਗਤੀ ਰੂਪ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਸਹਿ ਸਕਦੇ ਨੇ, ਜਿਨ੍ਹਾਂ ਕੋਲ ਪੈਸੇ ਹੈਗੇ ਨੇ, ਉਹ ਆਪਣੇ ਤਰੀਕੇ ਨਾਲ ਅਰੇਂਜਮੈਂਟ ਕਰ ਸਕਦੇ ਨੇ। ਮੇਰੀ ਅੱਜ ਸਵੇਰੇ ਹੀ ਅਮਰੀਕਾ ਦੇ ਸਵੇਰ ਦੀ ਸਮੇਂ ਜਿਹੜੀ ਹੈ ਸਰਦਾਰ ਬਲਦੇਵ ਸਿੰਘ ਇੱਕ ਜਿਹੜੇ ਸੰਗਤ ਦੇ ਰੂਪ ਦੇ ਵਿੱਚ ਤਖਤ ਸ੍ਰੀ ਹਜ਼ੂਰ ਸਾਹਿਬ ਦਰਸ਼ਨ ਕਰਨ ਗਏ ਸਨ, ਉਹਨਾਂ ਦੇ ਨਾਲ ਗੱਲਬਾਤ ਹੋਈ। ਮੈਂ ਉਹਨਾਂ ਨੂੰ ਪੁੱਛ ਰਿਹਾ ਸੀ ਕਿ ਕਿਸ ਤਰੀਕੇ ਦਾ ਉੱਥੇ ਹਾਲਾਤ ਹੈ। ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਇਸ ਵੇਲੇ ਹਜ਼ੂਰ ਸਾਹਿਬ ਤੋਂ ਪੰਜਾਬ ਵਾਪਸ ਆ ਰਿਹਾ। ਮੈਂ ਬੜਾ ਹੈਰਾਨ ਪਰੇਸ਼ਾਨ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਸਰਕਾਰ ਨੇ ਪਰਮਿਸ਼ਨਾਂ ਨਹੀਂ ਦਿੱਤੀਆਂ ਤੇ ਕਿਸ ਤਰ੍ਹਾਂ ਵਾਪਸ ਆ ਸਕਦੇ ਨੇ। ਉਹਨਾਂ ਨੇ ਗਾੜੀਆਂ ਜਿਸ ਤਰੀਕੇ ਨਾਲ ਮੈਨੂੰ ਦੱਸਿਆ, ਉਹਨਾਂ ਨੇ ਕਿਹਾ ਕਿ ਅਸੀਂ ਇੱਕ ਪ੍ਰਾਈਵੇਟ ਇਨੋਵਾ ਗੱਡੀ ਜਿਹੜੀ ਆ ਉਹ ਬੁੱਕ ਕੀਤੀ ਹੈ, 7 ਜਣੇ ਉਹਦੇ ਵਿੱਚ ਅਸੀਂ ਹੈਗੇ ਹਾਂ, ਡਰਾਈਵਰ ਨਾਲ ਹੈ, 60,000 ਰੁਪਈਆ ਜਿਹੜਾ ਅਸੀਂ ਕਿਰਾਇਆ ਦੇਣਾ ਤੇ ਸਾਡਾ ਉਹਦਾ ਕੰਮ ਇਹ ਹੈਗਾ ਕਿ ਉਹਨੇ ਹਜ਼ੂਰ ਸਾਹਿਬ ਤੋਂ ਸਾਨੂੰ ਪੰਜਾਬ ਵੱਖ-ਵੱਖ ਜਿਹੜੇ ਸਾਡੇ ਐਡਰੈਸ ਨੇ ਉੱਥੇ ਛੱਡਣਾ। ਇਹ ਆਪਣੇ ਆਪ 'ਚ ਇੱਕ ਕਲੀਅਰ ਪਿਕਚਰ ਜਿਹੜੀ ਉਹ ਪੇਸ਼ ਕਰਦਾ ਹੈ, ਕਿਉਂਕਿ ਸੰਗਤੀ ਰੂਪ ਦੇ ਵਿੱਚ ਸਾਰੇ ਜਿਹੜੇ ਲੋਕ ਚਾਹੁੰਦੇ ਨੇ ਉਹਨਾਂ ਕੋਲ ਇੰਨਾ ਪੈਸਾ ਨਹੀਂ ਹੁੰਦਾ ਕਿ ਉਹ ਆਪਣੇ ਤਰੀਕੇ ਨਾਲ ਪ੍ਰਬੰਧ ਕਰਕੇ ਆਪਾਂ ਕਹਿ ਸਕਦੇ ਕਿ 8-8 ਜਾਂ 9-9 ਪਰ ਸਵਾਰੀ ਦੇ ਹਿਸਾਬ ਨਾਲ ਦੇ ਕੇ ਪ੍ਰਾਈਵੇਟ ਗੱਡੀਆਂ ਦਾ ਸਾਧਨ ਕਰਕੇ ਉਹ ਆਪਣੇ ਘਰਾਂ ਦੇ ਵਿੱਚ ਆ ਸਕਣ। ਕਿਉਂਕਿ ਸਰਕਾਰ ਨੂੰ ਜਦੋਂ ਅਪੀਲ ਕੀਤੀ ਗਈ ਸੀ ਗੁਰੂ ਘਰ ਦੇ ਵੱਲੋਂ, ਗੁਰੂ ਘਰ ਦੀਆਂ ਸੰਗਤਾਂ ਦੇ ਵੱਲੋਂ ਅਤੇ ਪ੍ਰਸ਼ਾਸਨ ਦੇ ਵੱਲੋਂ ਕਿ ਤੁਸੀਂ ਪਲੀਜ਼ ਸਾਨੂੰ ਜਿਹੜੀ ਪਰਮਿਸ਼ਨ ਦਿਓ ਸਟੇਟ ਦੇ ਵਿੱਚੋਂ ਨਿਕਲ ਕੇ ਦੂਸਰੀ ਸਟੇਟ ਦੇ ਵਿੱਚ ਜਾਣ ਦੀ, ਅਤੇ ਜਿੱਥੋਂ ਤੱਕ ਦੀਆਂ ਸੰਗਤਾਂ ਹੈਗੀਆਂ ਨੇ ਅਸੀਂ ਆਪ ਆਪਣੇ ਖਰਚੇ ਦੇ ਉੱਤੇ ਛੱਡ ਕੇ ਆਵਾਂਗੇ, ਪਰ ਸਰਕਾਰਾਂ ਦਾ ਆਪਸ ਦੇ ਵਿੱਚ ਤਾਲਮੇਲ ਨਹੀਂ ਹੋ ਸਕਿਆ। ਇਹਦਾ ਫਾਇਦਾ ਜਿਹੜਾ ਹੈ ਹੁਣ ਪ੍ਰਾਈਵੇਟ ਟੂਰਿਸਟ ਜਿਹੜੇ ਆਪਰੇਟਰ ਹੈਗੇ ਨੇ ਉਹ ਫਾਇਦਾ ਚੁੱਕ ਰਹੇ ਨੇ, ਜਿਹਦੇ ਕਰਕੇ ਉਹ ਲਗਾਤਾਰ ਦੇਖੋ 60,000 ਰੁਪਈਆ ਕਿਰਾਇਆ। ਇਹ ਆਪਣੇ ਆਪ 'ਚ ਹੈਰਾਨ ਤੇ ਪਰੇਸ਼ਾਨ ਕਰਨ ਵਾਲਾ ਕਿ ਕਿਸ ਤਰੀਕੇ ਨਾਲ ਪੋਸੀਬਲ ਜਿਹੜਾ ਹੋ ਸਕਦਾ ਹੈ। ਇਹਦਾ ਮਤਲਬ ਹੈ ਕਿ ਸੜਕਾਂ ਦੇ ਉੱਤੇ ਲੋਕ ਜਿਹੜੇ ਨੇ ਆ ਜਾ ਰਹੇ ਨੇ, ਪ੍ਰਾਈਵੇਟ ਗੱਡੀਆਂ ਨੂੰ ਕਿਤੇ ਨਾ ਕਿਤੇ ਜਾਣ ਦੀ ਪਰਮਿਸ਼ਨ ਹੈਗੀ ਹੈ, ਥੋੜ੍ਹੀ ਬਹੁਤੀ ਚੈਕਿੰਗ ਹੁੰਦੀ ਹੋਏਗੀ, ਪਰ ਹੱਥ ਪੱਲਾ ਜੋੜ ਕੇ ਲੋਕ ਆਪਣੇ ਘਰਾਂ ਨੂੰ ਕੂਚ ਕਰ ਰਹੇ ਨੇ। ਪਰ ਇਹ ਵੀ ਇੱਕ ਸੱਚਾਈ ਹੈਗੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਵਾਢੀ ਤੋਂ ਪਹਿਲਾਂ ਇਸ ਕਰਕੇ ਤਖਤ ਸ੍ਰੀ ਹਜ਼ੂਰ ਸਾਹਿਬ ਗਏ ਸਨ ਕਿ ਚਲੋ ਮਾੜਾ ਜਿਹਾ ਦਰਸ਼ਨ ਵੀ ਕਰ ਆਉਂਦੇ ਆ, ਅਸੀਸਾਂ ਵੀ ਲੈ ਆਉਂਦੇ ਆ, ਤੇ ਉਸ ਤੋਂ ਬਾਅਦ ਆ ਕੇ ਵਾਢੀ ਜਿਹੜੀ ਆ ਉਹ ਆਪਾਂ ਕਰ ਲਾਂਗੇ। ਹੁਣ ਹਾਲਾਤ ਇਹ ਬਣੇ ਨੇ ਕਿ ਉੱਥੇ ਜਿਹੜੇ ਲੋਕ ਸਟਕ ਹੋ ਗਏ ਨੇ, ਕੋਈ ਆਪਣੇ ਬਜ਼ੁਰਗਾਂ ਨੂੰ ਛੱਡ ਕੇ ਆਇਆ, ਕੋਈ ਆਪਣੇ ਬੱਚਿਆਂ ਨੂੰ ਛੱਡ ਕੇ ਆਇਆ, ਕਿਸੇ ਨੇ ਜਾ ਕੇ ਉੱਥੇ ਵਾਢੀ ਕਰਨੀ ਹੈ, ਕਿਸੇ ਨੇ ਆਪਣੀ ਸਰਕਾਰੀ ਨੌਕਰੀ ਨੂੰ ਦੁਬਾਰਾ ਤੋਂ ਜਾ ਕੇ ਜੁਆਇਨ ਕਰਨਾ। ਤੇ ਜਦੋਂ ਪ੍ਰਬੰਧ ਨਹੀਂ ਕੀਤੇ ਗਏ, ਉਹ ਪ੍ਰਬੰਧ ਨਾ ਹੋਣ ਕਰਕੇ ਲੋਕ ਜਿਹੜੇ ਨੇ ਉਹ ਫਸ ਚੁੱਕੇ ਹੋਏ ਨੇ। ਗੁਰੂ ਘਰ ਦੇ ਵਿੱਚ, ਗੁਰਦੁਆਰਾ ਲੰਗਰ ਸਾਹਿਬ ਦੇ ਵਿੱਚ, ਤਖਤ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਜਿਹੜੀਆਂ ਵੀ ਸੰਗਤਾਂ ਹੈਗੀਆਂ ਨੇ ਉਹਨਾਂ ਦੇ ਲਈ ਹਰ ਇੱਕ ਤਰੀਕੇ ਦਾ ਪ੍ਰਬੰਧ ਕੀਤਾ ਗਿਆ। ਮੈਡੀਸਿਨ ਤੋਂ ਲੈ ਕੇ ਲੰਗਰਾਂ ਤੱਕ ਦਾ, ਰਹਿਣ ਦਾ, ਸਭ ਕੁਝ ਜਿਹੜੇ ਪ੍ਰਬੰਧ ਹੈਗੇ ਨੇ। ਪਰ ਇੱਕ ਚਿੰਤਾ ਸਤਾਉਂਦੀ ਹੈ ਕਿ ਅਸੀਂ ਆਪਣੇ ਜਲਦ ਤੋਂ ਜਲਦ ਆਪਣੇ ਘਰਾਂ ਦੇ ਵਿੱਚ ਜਾਈਏ ਤੇ ਘਰਾਂ ਦੇ ਵਿੱਚ ਜਾ ਕੇ ਆਪਣੇ ਪਰਿਵਾਰਾਂ ਦੇ ਨਾਲ ਮਿਲੀਏ, ਆਪਣੇ ਬਜ਼ੁਰਗਾਂ ਦਾ ਧਿਆਨ ਰੱਖੀਏ, ਆਪਣੇ ਬੱਚਿਆਂ ਦਾ ਜਿਹੜਾ ਉਹ ਧਿਆਨ ਕਰੀਏ। ਇਹ ਆਪਣੇ ਆਪ 'ਚ ਸੰਗਤਾਂ ਦੀ ਇਸ ਵੇਲੇ ਸਭ ਤੋਂ ਵੱਡੀ ਡਿਮਾਂਡ ਹੈ, ਪਰ ਸਰਕਾਰਾਂ ਇਹਦੇ ਉੱਤੇ ਧਿਆਨ ਨਹੀਂ ਦੇ ਰਹੀਆਂ। ਬਾਰ-ਬਾਰ ਕਹਿੰਦਾ ਕਿਉਂਕਿ ਚਿੱਠੀਆਂ ਦਾ ਆਣ ਪ੍ਰਦਾਨ ਜਿਹੜਾ ਉਹ ਹੋ ਰਿਹਾ। ਮਾਰਚ 25 ਨੂੰ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਇੱਕ ਚਿੱਠੀ ਲਿਖ ਕੇ ਜਿਹੜੀ ਸੀ ਉਹ ਹੋਮ ਮਿਨਿਸਟਰ ਹੋਣਾ ਨੂੰ ਭੇਜੀ ਸੀ ਕਿ ਤੁਸੀਂ ਪਲੀਜ਼ ਇਹਦੇ ਉੱਤੇ ਕਾਰਵਾਈ ਕਰੋ। ਬਹੁਤ ਸਾਰੇ ਐਮਪੀਜ਼ ਨੇ ਵੀ ਜਿਹੜੀਆਂ ਨੇ ਉਹ ਚਿੱਠੀਆਂ ਲਿਖ ਕੇ ਜਿਹੜੀਆਂ ਨੇ ਸਥਾਨਿਕ ਸਰਕਾਰਾਂ ਨੂੰ ਵੀ ਭੇਜੀਆਂ ਸਨ ਤੇ ਪੰਜਾਬ ਸਰਕਾਰ ਨੂੰ ਭੇਜੀਆਂ ਸਨ ਕਿ ਤੁਸੀਂ ਵੀ ਇਹਦੇ ਵਿੱਚ ਆ ਕੇ ਹਸਤਖੇਪ ਕਰੋ,
ਇਨਵੋਲਵਮੈਂਟ ਕਰੋ ਅਤੇ ਕਿਰਪਾ ਕਰਕੇ ਇਸ ਨੂੰ ਇੱਕ ਜਿਹੜਾ ਸਹੀ ਤਰੀਕੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰੋ। ਬਹੁਤ ਸਾਰੇ ਲੋਕਾਂ ਨੇ ਮੀਡੀਆ ਦੇ ਉੱਤੇ ਆ ਕੇ ਵੀ ਬਿਆਨ ਦਿੱਤੇ ਜਿਨ੍ਹਾਂ ਦੀ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਸੁਣੀ ਜਾਂਦੀ ਹੈ। ਉਹਨਾਂ ਨੇ ਵੀ ਬੇਨਤੀਆਂ ਕੀਤੀਆਂ ਕਿ ਨਹੀਂ, ਇਹਨਾਂ ਦਾ ਕੁਛ ਨਾ ਕੁਛ ਜਿਹੜਾ ਉਹ ਕਰਨਾ ਚਾਹੀਦਾ ਹੈ। ਅਪ੍ਰੈਲ 4 ਤੋਂ ਲੈ ਕੇ ਬਹੁਤ ਵਾਰੀ ਜਿਹੜੀਆਂ ਨੇ ਖਬਰਾਂ ਜਿਹੜੀਆਂ ਨੇ ਉਹ ਮੀਡੀਆ ਦੇ ਵਿੱਚ ਆ ਚੁੱਕੀਆਂ ਹੋਈਆਂ ਨੇ, ਪਰ ਇਹਦੇ ਉੱਤੇ ਜਿਹੜਾ ਉਹ ਧਿਆਨ ਨਹੀਂ ਦਿੱਤਾ ਗਿਆ। ਸੋ ਹੁਣ ਆਖਿਰਕਾਰ ਜਿਹੜਾ ਅਸੀਂ ਉੱਥੇ ਜਿਹੜੀਆਂ ਸੰਗਤਾਂ ਹੈਗੀਆਂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅਤੇ ਸਾਡੇ ਨਾਲ ਇਸ ਵੇਲੇ ਸਰਦਾਰ ਦਵਿੰਦਰਪਾਲ ਸਿੰਘ ਜੀ ਜਿਹੜੇ ਉਹ ਜੁੜ ਚੁੱਕੇ ਹੋਏ ਨੇ। ਅਸੀਂ ਸਿੱਧਾ ਪਹਿਲਾਂ ਉਹਨਾਂ ਕੋਲ ਜਾਂਦੇ ਹਾਂ। ਸਰਦਾਰ ਦਵਿੰਦਰਪਾਲ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਬਾਬਾ ਨਰਿੰਦਰ ਸਿੰਘ ਜੀ ਲੰਗਰ ਸਾਹਿਬ ਵਾਲਿਆਂ ਨੇ ਦੱਸਿਆ, ਅਸੀਂ 23 ਮਾਰਚ ਨੂੰ ਮਿਸਟਰ ਪੀਯੂਸ਼ ਗੋਇਲ ਜੀ ਨੂੰ 3 ਗੱਡੀਆਂ ਸਪੈਸ਼ਲ ਚਲਾਉਣ ਲਈ ਬੇਨਤੀ ਕੀਤੀ। ਉਸ ਤੋਂ ਉਪਰੰਤ 26 ਮਾਰਚ ਨੂੰ ਹੋਮ ਮਿਨਿਸਟਰ ਸਾਹਿਬ ਸ੍ਰੀ ਆਪਣੇ ਅਮਿਤ ਸ਼ਾਹ ਜੀ ਨੂੰ ਵੀ ਚਿੱਠੀ ਪਾਈ ਕਿ ਕਿਸੇ ਤਰੀਕੇ ਸਾਨੂੰ ਇਹ ਪਰਮਿਸ਼ਨ ਦੇ ਦਿੱਤੀ ਜਾਏ, ਬਾਈ ਰੋਡ ਅਸੀਂ ਸੰਗਤਾਂ ਨੂੰ ਪਹੁੰਚਾ ਦਈਏ, ਪਰੰਤੂ ਅਜੇ ਤੱਕ ਪਰਮਿਸ਼ਨ ਨਹੀਂ ਮਿਲੀ। ਆਪਣੇ ਵੱਲੋਂ ਤਖਤ ਸ੍ਰੀ ਸ੍ਰੀ ਹਜ਼ੂਰ ਸਾਹਿਬ ਵੱਲੋਂ ਤੇ ਲੰਗਰ ਸਾਹਿਬ ਵੱਲੋਂ ਇੱਥੇ ਸੰਗਤਾਂ ਦੀ ਪੂਰੀ ਦੇਖ ਰੇਖ ਪ੍ਰਾਪਰ ਕੀਤੀ ਜਾ ਰਹੀ ਹੈ। ਉਹਨਾਂ ਦੇ ਰਹਿਣ ਦਾ ਏਸੀ ਕਮਰੇ ਫ੍ਰੀ ਦਿੱਤੇ ਹੋਏ ਹਨ। ਲੰਗਰ ਦੀ ਵਿਵਸਥਾ ਦੋਨੋਂ ਗੁਰਦੁਆਰਿਆਂ ਵੱਲੋਂ ਪੂਰੀ ਸੁਚੱਜੀ ਤਰ੍ਹਾਂ ਸੰਗਤਾਂ ਨੂੰ ਵਰਤਾਈ ਜਾ ਰਹੀ ਹੈ। ਇੱਥੋਂ ਤੱਕ ਕਿ ਬਾਹਰ ਕਲੋਨੀਆਂ ਨੂੰ ਵੀ ਦਿੱਤੀ ਜਾ ਰਹੀ, ਪਾਠੀ ਸਿੰਘਾਂ ਨੂੰ ਵੀ ਕੱਚੀ ਰਸਦ ਵੀ ਦਿੱਤੀ ਗਈ ਹੈ। ਮੈਡੀਕਲ ਫੈਸਿਲਿਟੀ ਵੀ ਯਾਤਰਾ ਨੂੰ ਦਿੱਤੀ ਗਈ ਹੈ। ਹਰ ਇੱਕ ਦੀ ਪ੍ਰੋਪਰ ਮੈਡੀਕਲ ਚੈੱਕਅਪ ਕੀਤਾ ਗਿਆ ਹੈ। ਦਸ਼ਮੇਸ਼ ਹਸਪੀਟਲ ਜੋ ਤਖਤ ਸ੍ਰੀ ਹਜ਼ੂਰ ਸਾਹਿਬ ਦਾ ਹੈ, ਉੱਥੋਂ ਦੇ ਡਾਕਟਰਾਂ ਦੀ ਟੀਮ ਨੇ ਵੀ ਪੂਰਾ ਸਾਰੇ ਯਾਤਰਾ ਨੂੰ ਪ੍ਰੋਪਰ ਚੈੱਕ ਕੀਤਾ ਹੈ ਤਾਂ ਜੋ ਕਿਸੇ ਕਿਸਮ ਦੀ ਕੋਈ ਕਿਸੇ ਨੂੰ ਯਾਤਰਾ ਨੂੰ ਕਠਿਨਾਈ ਨਾ ਹੋਵੇ। ਤੇ ਇੱਥੋਂ ਤੱਕ ਕਿ ਜਦੋਂ ਸਾਨੂੰ ਪਰਮਿਸ਼ਨ ਮਿਲਦੀ ਸੱਚਖੰਡ ਬੋਰਡ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿ ਵੀ ਅਸੀਂ ਆਪਣੇ ਖਰਚੇ ਤੇ ਵੀ ਯਾਤਰਾ ਨੂੰ, ਜੋ ਪ੍ਰਧਾਨ ਸਾਹਿਬ ਮੇਨ ਪ੍ਰਧਾਨ ਸਾਹਿਬ ਹਨ, ਅਸੀਂ ਯਾਤਰਾ ਨੂੰ ਭੇਜਣ ਲਈ ਪੂਰੇ ਤਿਆਰ ਹਾਂ, ਪਰੰਤੂ ਪਰਮਿਸ਼ਨ ਗਵਰਨਮੈਂਟ ਵੱਲੋਂ ਨਹੀਂ ਆਈ। ਅੱਜ ਪਤਾ ਲੱਗਾ ਕਿ ਪਰਸੋਂ ਕੈਬਨਿਟ ਮਿਨਿਸਟਰ ਮਹਾਰਾਸ਼ਟਰ ਨੇ ਆਪਸ ਵਿੱਚ ਪਾਸ ਕਰ ਲਿੱਤਾ ਹੈ ਤੇ ਜਾਂ ਜੋ ਸੈਂਟਰ ਦੀ ਗਵਰਨਮੈਂਟ ਨੂੰ ਲਿਖਿਆ ਜਾਏ ਵੀ ਸਾਨੂੰ ਪਰਮਿਸ਼ਨ ਦੇ ਕੇ ਜਲਦੀ ਤੋਂ ਜਲਦੀ ਜੋ ਯਾਤਰੂ ਇੱਥੇ ਫਸੇ ਹਨ ਅਸੀਂ ਉਹਨਾਂ ਨੂੰ ਪੰਜਾਬ ਵਿੱਚ ਘਰੋਂ ਘਰ ਪਹੁੰਚਾ ਸਕੀਏ। ਮਹਾਰਾਜ ਵੱਲੋਂ ਅੱਜ ਸਵੇਰੇ ਅੰਮ੍ਰਿਤ ਵੇਲੇ ਮੈਂ ਇਹ ਨੋਟੀਫਿਕੇਸ਼ਨ ਮਹਾਰਾਸ਼ਟਰ ਗਵਰਨਮੈਂਟ ਦਾ ਜੋ ਪਾਸ ਹੋਇਆ ਪਰਸੋਂ, ਉਹ ਮੈਂ ਦੇਖਿਆ ਹੈਗਾ ਜੀ। ਮੈਂ ਡੀਪੀ ਸਿੰਘ ਜੀ, ਪਰ ਮੈਂ ਇੱਕ ਇੱਥੇ ਗੱਲ ਜਿਹੜੀ ਜ਼ਰੂਰ ਕਰਨਾ ਚਾਹਾਂਗਾ ਕਿ ਅਸਲ ਦੇ ਵਿੱਚ ਤੁਸੀਂ ਜਿਹੜੇ ਵੀ ਪ੍ਰਬੰਧ ਕੀਤੇ ਨੇ ਗੁਰਦੁਆਰਾ ਲੰਗਰ ਸਾਹਿਬ ਵੱਲੋਂ, ਜਿਸ ਤਰੀਕੇ ਨਾਲ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਨੇ, ਮੈਡੀਸਨ ਦਿੱਤੀ ਜਾ ਰਹੀ ਹੈ, ਉਹ ਸਰੀਰਕ ਭੁੱਖ ਜਿਹੜੀ ਆ ਉਹ ਮਿਟਾ ਸਕਦੇ ਨੇ ਕਿਉਂਕਿ ਸੰਗਤਾਂ ਇਸ ਵੇਲੇ ਸਟਕ ਹੋਈਆਂ ਨੇ। ਜਿਹੜੀ ਇੱਕ ਮਾਨਸਿਕ ਇਸ ਵੇਲੇ ਡਰ ਬੈਠਾ ਹੋਇਆ, ਇਹਦੇ ਲਈ ਐਗਰੀ ਕਰਾਂਗੇ। ਮਾਨਸਿਕ ਲਈ ਹਾਂ ਜੋ ਹੋਮ ਸਿਕਨੈਸ ਹੈ ਉਹ ਅਸੀਂ ਦੂਰ ਨਹੀਂ ਕਰ ਸਕਦੇ। ਬਾਕੀ ਮਹਾਰਾਜ ਦੀ ਗੋਦ ਵਿੱਚ ਸੰਗਤਾਂ ਬੈਠੀਆਂ ਹਨ, ਮਹਾਰਾਜ ਦਾ ਆਪਣਾ ਹਰਜਾ ਸੁਣੀਆਂ ਤੇ ਆਪਣਾ ਜਨਮ ਸਫਲ ਕਰ ਰਹੇ ਹਨ। ਅਸੀਂ ਤੇ ਇਹ ਅਰਦਾਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਮਹਾਰਾਜ ਇਹ ਲਾਕਡਾਊਨ ਉਹਨਾਂ ਲਈ ਕਲੀਅਰ ਹੋਵੇ ਤੇ ਅਸੀਂ ਪਰਮਿਸ਼ਨ ਮਿਲੇ, ਜਲਦੀ ਤੋਂ ਜਲਦੀ ਇਹਨਾਂ ਨੂੰ ਸੰਗਤਾਂ ਨੂੰ ਘਰੋਂ ਘਰ ਪਹੁੰਚਾ ਸਕੀਏ। ਬਾਕੀ ਤੁਹਾਡਾ ਜੋ ਉਪਰਾਲਾ ਕੀਤਾ ਜਾ ਰਿਹਾ ਮੀਡੀਆ ਸਿੰਘ ਜੀ, ਮੈਂ ਇੱਕ ਤਾਂ ਬੇਨਤੀ ਕਰਦਾ ਜਿਹੜਾ ਮਾਈਕ ਇਹਨੂੰ ਥੋੜਾ ਜਿਹਾ ਆਪਣੇ ਮੂੰਹ ਤੋਂ ਥੋੜਾ ਦੂਰ ਕਰ ਲਓ। ਅਤੇ ਦੂਸਰੀ ਚੀਜ਼ ਜਿਹੜੀ ਮੈਂ ਇਹਦੇ 'ਚ ਇੱਕ ਚੀਜ਼ ਹੋਰ ਤੁਹਾਨੂੰ ਕਹਿਣਾ ਚਾਹੁੰਦਾ ਹੈ ਕਿ ਅਸਲ ਦੇ ਵਿੱਚ ਮੈਂ ਜਿਹੜੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਤੇ ਦੇਖੋ, ਦੁਨੀਆ ਭਰ ਦੇ ਵਿੱਚ ਅਸੀਂ ਵੇਖ ਰਹੇ ਹਾਂ ਕਿ ਸਰਕਾਰਾਂ ਜਿਹੜੀਆਂ ਨੇ ਇੱਕ ਮੁਲਕ ਤੋਂ ਦੂਸਰੇ ਮੁਲਕ ਦੇ ਵਿੱਚ ਆਪਣੇ ਨਾਗਰਿਕਾਂ ਨੂੰ ਲੈ ਕੇ ਆ ਰਹੀਆਂ ਨੇ, ਪਰ ਇੱਥੇ ਸਿਰਫ ਜਿਹੜੇ ਆਪਣੇ ਯਾਤਰੀ ਨੇ, ਜਿਹੜੇ ਸ਼ਰਧਾਲੂ ਨੇ, ਦੂਸਰੀਆਂ ਸਟੇਟਾਂ ਦੇ ਵਿੱਚ ਫਸੇ ਹੋਏ ਨੇ। ਇਹ ਕਿੰਨਾ ਕੁ ਵੱਡਾ ਔਖਾ ਕੰਮ ਹੈਗਾ ਜੇ ਇੱਕ ਪਰਮਿਸ਼ਨ ਹੀ ਦੇਣੀ ਹੈ। ਲੋਕੀ ਵੈਸੇ ਵੀ ਤਾਂ ਟਰੈਵਲ ਕਰ ਹੀ ਰਹੇ ਨੇ, ਕਈ ਲੋਕੀ ਪ੍ਰਾਈਵੇਟ ਗੱਡੀਆਂ ਲੈ ਕੇ ਜਿਹੜਾ ਨੇ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਨੇ, ਜਿਨ੍ਹਾਂ ਦੀ ਜੇਬ ਦੇ ਵਿੱਚ ਮਾਇਆ ਹੈਗੀ ਉਹ ਆਪਣੇ ਆਪਣੇ ਤਰੀਕੇ ਨਾਲ ਪ੍ਰਬੰਧ ਕਰ ਰਹੇ ਨੇ। ਜੇ ਸਰਕਾਰ ਤੁਹਾਨੂੰ ਪਰਮਿਸ਼ਨ ਦੇ ਦੇ ਤੇ ਕਿੱਡਾ ਵਧੀਆ ਹੋਵੇਗਾ ਆਪਣੇ ਆਪ 'ਚ ਇਹ ਉਪਰਾਲਾ। ਪੂਰੇ ਉਪਰਾਲੇ ਕੀਤੇ ਜਾਣਗੇ, ਜਲਦੀ ਤੋਂ ਜਲਦੀ ਅਸੀਂ ਇਹਨਾਂ ਨੂੰ ਭੇਜੀਏ ਕਿਉਂਕਿ ਜਿਵੇਂ ਬਾਬਾ ਨਰਿੰਦਰ ਸਿੰਘ ਜੀ ਨੇ ਵੀ ਦੱਸਿਆ, ਅਸੀਂ 9 ਟਰਾਲੇ ਤਿਆਰ ਕੀਤੇ ਹਨ, ਡਬਲ ਡੈਕਰ ਟਾਈਪ ਜੋ ਬੱਸਾਂ, ਉਸ ਤਰੀਕੇ ਨਾਲ ਸੰਗਤਾਂ ਨੂੰ ਅਸੀਂ ਪਹੁੰਚਾਵਾਂਗੇ। ਰਸਤੇ 'ਚ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ, ਲੰਗਰ ਪਾਣੀ ਦਾ, ਦੁੱਧ ਦਾ ਪ੍ਰਬੰਧ, ਸੈਨੀਟਾਈਜੇਸ਼ਨ ਦਾ ਪੂਰਾ ਅਸੀਂ ਪ੍ਰਬੰਧ ਕਰਾਂਗੇ ਜੀ। ਪੂਰੀ ਦੇਖ ਰੇਖ ਨਾਲ ਉਹਨਾਂ ਨੂੰ ਘਰੋਂ ਘਰ ਪਹੁੰਚਾਉਣ ਦੇ ਉਪਰਾਲੇ ਕਰਾਂਗੇ ਜੀ। ਬਸ ਸਾਨੂੰ ਪਰਮਿਸ਼ਨ ਮਿਲਣੀ ਚਾਹੀਦੀ ਹੈ, ਉਹਦੇ ਲਈ ਅਸੀਂ ਪੂਰੇ ਉਪਰਾਲੇ ਕਰ ਰਹੇ ਹਾਂ ਜੀ। ਲੇਕਿਨ ਮੈਂ ਗੱਲ ਤਾਂ ਉੱਥੇ ਹੀ ਹੈਗੀ ਨਾ, ਹੁਣ ਰਾਜਨੀਤਿਕ ਪਾਰਟੀਆਂ ਦੇ ਘਰਾਂ ਦੇ ਵਿੱਚ ਵਿਆਹ ਹੁੰਦੇ ਨੇ ਤਾਂ ਉੱਥੇ ਹਰ ਇੱਕ ਤਰੀਕੇ ਦੀਆਂ ਪਰਮਿਸ਼ਨਾਂ ਵੀ ਹੋ ਜਾਂਦੀਆਂ ਨੇ, ਬਿਨਾਂ ਰੋਕ ਟੋਕ ਤੋਂ ਲੋਕ ਵੀ ਇਕੱਠੇ ਹੋ ਜਾਂਦੇ ਨੇ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਵੀ ਉੱਥੇ ਆ ਜਾਂਦੇ ਨੇ। ਪਰ ਜਿੱਥੇ ਵਿਚਾਰਾ ਸ਼ਰਧਾਲੂ ਫਸਿਆ, ਉਸ ਸ਼ਰਧਾਲੂ ਦੀ ਸੁਣਨ ਵਾਲਾ ਕੋਈ ਵੀ ਅੱਗੇ ਜਿਹੜਾ ਉਹ ਨਹੀਂ ਹੁੰਦਾ। ਜੇ ਮੰਨ ਲਓ ਕਿ ਅੱਜ ਗੁਰੂ ਘਰ ਦੇ ਵਿੱਚ ਨਾ ਹੁੰਦੇ,
ਜੇ ਗੁਰਦੁਆਰਾ ਲੰਗਰ ਸਾਹਿਬ ਅੱਜ ਮਦਦ ਨਾ ਕਰਦਾ, ਤੁਹਾਡੀ ਟਰਸਟ ਮਦਦ ਨਾ ਕਰਦੀ, ਤੇ ਇਹ ਯਾਤਰੂ ਕਿੱਥੇ ਜਾਂਦੇ? ਵੱਡੀ ਗਿਣਤੀ ਹੈ, ਕੋਈ ਇਹ ਨਹੀਂ ਕਿ 50 ਜਾਂ 60 ਯਾਤਰੂ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਯਾਤਰੂ ਜਿਹੜੇ ਨੇ ਫਸੇ ਹੋਏ ਨੇ। ਅਸੀਂ ਤਾਂ ਧੰਨਵਾਦੀ ਹੁੰਦੇ ਹਾਂ, ਧੰਨਵਾਦ ਕਰਦੇ ਹਾਂ ਆਪਣੇ ਗੁਰੂ ਘਰ ਦੇ ਕਿ ਜਿਨ੍ਹਾਂ ਨੇ ਇਹ ਸਾਰੇ ਜਿਹੜੇ ਪ੍ਰਬੰਧ ਆਪਣੇ ਮੋਢਿਆਂ ਤੇ ਚੁੱਕ ਲਏ। ਸਿਰਫ ਇਹ ਸੰਗਤਾਂ ਦੇ ਪ੍ਰਬੰਧ ਨਹੀਂ ਚੁੱਕੇ, ਨਾਲ ਆਸੇ-ਪਾਸੇ ਪਿੰਡਾਂ ਦੇ ਵੀ ਚੁੱਕ ਲਏ। ਜਿਸ ਤਰ੍ਹਾਂ ਬਾਬਾ ਨਰਿੰਦਰ ਸਿੰਘ ਉਹਨਾਂ ਨੇ ਦੱਸਿਆ ਕਿ 4 ਲੱਖ ਲੋਕਾਂ ਦਾ ਲੰਗਰ ਜਿਹੜਾ ਰੋਜ਼ਾਨਾ ਪਕਾ ਕੇ ਉਹਨਾਂ ਨੂੰ ਘਰਾਂ ਤੱਕ ਪਹੁੰਚਾਇਆ ਜਾਂਦਾ, ਉਹਨਾਂ ਦੇ ਇਲਾਕਿਆਂ ਤੱਕ ਪਹੁੰਚਾਇਆ ਜਾਂਦਾ ਹੈ। ਮੈਂ ਕਹਿੰਦਾ ਕਿ ਸਰਕਾਰਾਂ ਨੂੰ ਤਾਂ ਗੱਲ 1 ਸਕਿੰਟ ਦੇ ਵਿੱਚ ਸੁਣਨੀ ਚਾਹੀਦੀ ਹੈ, ਪਰ ਫਿਰ ਵੀ ਮਾਰਚ 23 ਦੀਆਂ ਚਿੱਠੀਆਂ ਇੱਧਰ ਉੱਧਰ ਜਾ ਰਹੀਆਂ ਨੇ, ਅਜੇ ਤੱਕ ਜਿਹੜਾ ਉਹ ਸਰਕਾਰਾਂ ਸੁਣ ਨਹੀਂ ਰਹੀਆਂ ਕਿ ਕੀ ਕਰਨਾ ਹੈ। ਤੇ ਇੱਕ ਚਿੱਠੀ ਲੈ ਕੇ ਸਰਕਾਰਾਂ ਕਹਿੰਦੀਆਂ ਨੇ ਅਸੀਂ ਆਪਣਾ ਫਰਜ਼ ਪੂਰਾ ਕਰ ਦਿੱਤਾ। ਇਹ ਆਪਣੇ ਆਪ 'ਚ ਜਿਹੜਾ ਉਹ ਸਭ ਤੋਂ ਗੰਭੀਰਤਾ ਜਿਹੜੀ ਉਹ 'ਚ ਨਜ਼ਰ ਨਹੀਂ ਆਉਂਦੀ। ਸਰਦਾਰ ਮਨਪ੍ਰੀਤ ਸਿੰਘ ਜੀ, ਮੈਂ ਤੁਹਾਡੇ ਕੋਲ ਹੈ, ਤੁਹਾਨੂੰ ਇਹ ਓਵਰਆਲ ਵੇਖ ਕੇ ਕੀ ਲੱਗਦਾ ਜੋ ਕੁਝ ਹਾਲਾਤ ਨੇ ਇਹਦੇ ਵਿੱਚ ਸਰਕਾਰ ਦਾ ਜਿਹੜਾ ਰੋਲ ਹੈ ਹੁਣ ਤੱਕ ਕਿਸ ਤਰੀਕੇ ਦਾ ਤੁਹਾਨੂੰ ਦਿਖ ਰਿਹਾ? ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਬੀਦਰ ਨਾਨਕ ਜਿਹੜਾ ਗੁਰਦੁਆਰਾ ਵਿੱਚ ਕੁਝ ਪਰਿਵਾਰ ਇੱਥੇ ਰੁਕੇ ਹੋਏ ਹੈਗੇ, ਕੁਝ ਛੱਤੀਸਗੜ੍ਹ ਤੋਂ 2 ਪਰਿਵਾਰ ਹੈਗੇ ਤੇ ਪੰਜਾਬ ਤੋਂ ਵੀ ਕੁਝ 2-3 ਪਰਿਵਾਰ ਇੱਥੇ ਰੁਕੇ ਹੋਏ। ਉਹ ਬਾਈ ਰੋਡ ਆਈ ਸੀ ਤੇ ਲਾਕਡਾਊਨ ਤੋਂ ਕਰਕੇ ਇੱਥੇ ਰੁਕੇ ਹੋਏ। ਉਹ ਬੜੇ ਆਰਾਮ ਨਾਲ ਇੱਥੇ ਹੈਗੇ, ਕਹਿੰਦੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈਗੀ, ਜਦੋਂ ਲਾਕਡਾਊਨ ਖੁੱਲ ਜਾਏਗਾ ਤਾਂ ਆਪਾਂ ਜਾਵਾਂਗੇ, ਰਸਤੇ ਵਿੱਚ ਖੇਚਲ ਹੋਣ ਦੇ ਮਤਲਬ ਲੋੜ ਨਹੀਂ ਹੈਗੀ। ਤੇ ਉਹ ਆਰਾਮ ਨਾਲ ਉਹਨਾਂ ਨੂੰ ਲੰਗਰ ਪ੍ਰਬੰਧ ਕੀਤਾ ਹੋਇਆ ਤੇ ਰਿਹਾਇਸ਼ ਵੀ ਦਿੱਤੀ ਹੋਈ ਹੈ ਤੇ ਉਹ ਆਪ ਆਰਾਮ ਨਾਲ ਇੱਥੇ ਰੁਕੇ ਹੋਏ ਹੈਗੇ। ਤੇ ਸਰਕਾਰ ਦੀ ਵੀ ਕੁਝ ਮਜਬੂਰੀ ਹੋਏਗੀ ਤਾਂ ਹੀ ਕੁਝ ਨਹੀਂ ਹੋ ਰਿਹਾ ਹੈ। ਤੇ ਲੇਕਿਨ ਅਸੀਂ ਬੇਨਤੀ ਕਰਾਂਗੇ ਸਰਕਾਰ ਨੂੰ ਕਿ ਇਹ ਕੁਝ ਜਲਦੀ ਕਰੇ, ਲੇਕਿਨ ਇਹਦੇ ਕੁਝ ਬਹੁਤ ਸਾਰੇ ਪ੍ਰੋਟੋਕਾਲ ਹੋਣਗੇ ਕਿ ਉਹਨਾਂ ਨੂੰ ਜਾਣ ਵਾਸਤੇ ਜਿਹੜੇ ਪ੍ਰੋਟੋਕਾਲ ਅਡਾਪਟ ਕਰਨੇ ਪੈਣ, ਉਹ ਜ਼ਿਆਦਾ ਖੇਚਲ ਵਾਲੇ ਕੰਮ ਹੈ। ਤੇ ਸੰਗਤ ਨੂੰ ਥੋੜਾ ਜਿਹਾ ਆਪਣਾ ਸ਼ਾਂਤੀ ਰੱਖ ਕੇ ਅਗਰ ਉਹ ਲਾਕਡਾਊਨ ਰੁਕਣ ਦਾ ਇੰਤਜ਼ਾਰ ਕਰ ਲੈ, ਆਪਣੇ ਆਪਣੇ ਘਰ ਪ੍ਰੋਪਰਲੀ ਪਹੁੰਚ ਸਕਣਗੇ। ਤੇ ਬਾਕੀ ਇੱਥੇ ਤੇ ਸਾਰਾ ਕੁਝ ਪ੍ਰਬੰਧ ਕੀਤਾ ਹੋਇਆ ਹਜੂਰ ਸਾਹਿਬ ਲੰਗਰ ਸਾਹਿਬ, ਉਹਨਾਂ ਨੇ ਬਹੁਤ ਕਾਫੀ ਅੱਛੇ ਪ੍ਰਬੰਧ ਕੀਤੇ ਹੋਏ, ਕਮਰੇ ਵੀ ਬਹੁਤ ਅੱਛੇ ਹੈਗੇ ਤੇ ਲੰਗਰ ਦਾ ਵੀ ਬਹੁਤ ਸਵਾਦ ਦਾ ਲੰਗਰ ਉਹ ਬਾਬਾ ਜੀ ਉੱਥੇ ਪ੍ਰਬੰਧ ਕਰਦੇ ਹੈਗੇ। ਉਹਨਾਂ ਨੂੰ ਕੋਈ ਐਸੇ ਦਿੱਕਤ ਹੋਣੀ ਨਹੀਂ ਚਾਹੀਦੀ ਹੈ। ਥੋੜੀ ਹੋਮਸਿਕ ਹੈਗੀ ਹੈ, ਲੇਕਿਨ ਹੁਣ ਦੇਖੋ ਟਾਈਮ ਦੇ ਹਿਸਾਬ ਨਾਲ ਅਗਰ ਥੋੜਾ ਆਪਾਂ ਰੱਖ ਕੇ ਚੱਲੀਏ ਤੇ ਸੋਲਵ ਹੋ ਸਕਦਾ ਹੈਗਾ। ਥੋੜਾ ਜਿਹਾ ਇੰਤਜ਼ਾਰ ਕਰ ਲੈਣਗੇ ਤੇ ਸਰਕਾਰ ਨੂੰ ਵੀ ਨਾ ਦੇਖੋ ਬੜੀ ਦਿੱਕਤ ਨਾਲ ਉਹ ਵੀ ਸਰਕਾਰ ਵੀ ਆਪਣੀ ਮਜਬੂਰੀ ਕਰ ਰਹੀ ਹੈ। ਜਿਹੜਾ ਇੱਕ ਚੀਜ਼ ਇੱਥੇ ਹੋਰ ਐਡ ਹੋ ਕੇ ਆਉਂਦੀ ਹੈ, ਆਪਾਂ ਜੇ ਇਹਨੂੰ ਧਿਆਨ ਦੇ ਨਾਲ ਇੱਕ ਸਮਝਣ ਦੀ ਕੋਸ਼ਿਸ਼ ਕਰੀਏ ਕਿ ਦੇਖੋ ਜਿਸ ਤਰੀਕੇ ਨਾਲ ਲੋਕ ਹੁਣ ਹੀਲਾ ਕਰ ਰਹੇ ਨੇ, ਜਿਸ ਤਰੀਕੇ ਨਾਲ ਆਪਣੇ ਆਪ ਤਰੀਕੇ ਨਾਲ ਜਾਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਵੀ ਆਪਣੇ ਆਪ 'ਚ ਬਹੁਤ ਜ਼ਿਆਦਾ ਰਿਸਕੀ ਹੈ। ਪਤਾ ਨਹੀਂ ਡਰਾਈਵਰ ਦੀ ਤਬੀਅਤ ਕਿਸ ਤਰੀਕੇ ਦੀ ਹੈਗੀ ਹੈ, ਉਹਦਾ ਕਿਸ ਤਰੀਕੇ ਦਾ ਉਹਨੂੰ ਕੋਈ ਇਹ ਵਾਇਰਸ ਹੈਗਾ ਕਿ ਨਹੀਂ ਹੈਗਾ, ਗੱਡੀ ਜਿਹੜੀ ਉਹ ਸੈਨੀਟਾਈਜ਼ਰ ਦੇ ਨਾਲ ਸਾਫ਼ ਕੀਤੀ ਗਈ ਹੈ ਕਿ ਨਹੀਂ ਕੀਤੀ ਗਈ ਹੈ। ਲੋਕ ਆਪਣੇ ਆਪ ਨੂੰ ਖਤਰੇ 'ਚ ਪਾ ਰਹੇ ਨੇ, ਪਰ ਜੇ ਸਰਕਾਰ ਸਹੀ ਤਰੀਕੇ ਨਾਲ ਉਹ ਪਰਮਿਸ਼ਨ ਦੇ ਦੇ, ਗੱਲ ਨੂੰ ਜਿਹੜਾ ਜ਼ਿਆਦਾ ਟਾਲੇ ਨਾ, ਤੇ ਜਿਹੜੇ ਆਈ ਥਿੰਕ ਤੁਹਾਡੇ ਵੱਲੋਂ ਪ੍ਰਬੰਧ ਕੀਤੇ ਜਾਣਗੇ, ਜਿਹੜੇ ਹਜੂਰ ਸਾਹਿਬ ਦੀ ਸੰਗਤ ਵੱਲੋਂ ਪ੍ਰਬੰਧ ਕੀਤੇ ਜਾਣਗੇ, ਉਹ ਆਈ ਥਿੰਕ ਸਭ ਤੋਂ ਵਧੀਆ ਹੋਣਗੇ ਤੇ ਉਹਦੇ 'ਚ ਜ਼ਿਆਦਾ ਲੋਕਾਂ ਨੂੰ ਰਿਸਕ ਉਠਾਉਣ ਦੀ ਵੀ ਲੋੜ ਜਿਹੜੀ ਉਹ ਨਹੀਂ ਹੋਵੇਗੀ। ਦੇਖੋ ਹਲੇ ਤੇ ਇੰਜ ਹੈਗਾ ਨਾ, ਅਸੀਂ ਹੁਣ 3rd ਸਟੇਜ ਵਿੱਚ ਐਂਟਰ ਕਰਨ ਦੇ ਮਤਲਬ ਕਤਾਰ ਵਿੱਚ ਹੈਗੇ ਤੇ ਇਸ ਵੇਲੇ ਰਿਸਕ ਲੈਣਾ ਬਹੁਤ ਹੀ ਮੁਸ਼ਕਿਲ ਵਾਲਾ ਕੰਮ। ਸਰਕਾਰ ਵੀ ਨਹੀਂ ਚਾਹੁੰਦੀ ਹੈ ਜੋ ਜਿੱਥੇ ਹੈਗਾ ਉਹ ਉੱਥੇ ਰਹੇ ਤੇ ਜਿਹੜਾ ਕਮਿਊਨਿਟੀ ਟ੍ਰਾਂਸਮਿਸ਼ਨ ਰੋਕ ਪਾਏ। ਤੇ ਇਹ ਬੈਟਰ ਹੈਗਾ ਕਿ ਜਿੱਥੇ ਜੋ ਹੈਗਾ ਉੱਥੇ ਰੁਕੇ। ਥੋੜਾ ਸਰਕਾਰ ਨਾਲ ਸਹਿਯੋਗ ਕਰਕੇ ਅਗਰ ਉਹ ਆਪ ਆਪਣੇ ਆਪ ਵਿੱਚ ਅਗਰ ਥੋੜਾ ਸੰਯਮ ਰੱਖਣਗੇ ਤੇ ਸਾਰਿਆਂ ਵਾਸਤੇ ਅੱਛੀ ਗੱਲ ਹੋਏਗੀ। ਕਿਉਂਕਿ ਦੇਖੇ ਜੋ ਪ੍ਰਾਈਵੇਟ ਗੱਡੀਆਂ ਕਰਕੇ ਜਾ ਰਹੇ ਉਹ ਬਹੁਤ ਵੱਡਾ ਰਿਸਕ ਉਠਾ ਰਹੇ ਹੈਗੇ। ਉਹ ਰਸਤੇ ਵਿੱਚ ਉਹਨਾਂ ਨੂੰ ਕੋਈ ਢਾਬਾ ਨਹੀਂ ਮਿਲੇਗਾ, ਰੋਟੀ ਖਾਣ ਨੂੰ ਜਗ੍ਹਾ ਨਹੀਂ ਮਿਲੇਗੀ, ਉਹ ਭੁੱਖੇ ਪਿਆਸੇ ਹੋ ਕੇ ਜਾਣ ਦੇ ਫਾਇਦਾ ਨਹੀਂ ਹੈਗਾ ਉਹਦਾ। ਤੇ ਬਾਬਾ ਜੀ ਅਰੇਂਜ ਤੇ ਕਰ ਦੇਣਗੇ ਗੱਡੀਆਂ, ਬਟ ਦੇਖੋ ਸੁਪਰੀਮ ਕੋਰਟ ਦਾ ਵੀ ਆਰਡਰ ਹੈਗਾ ਸੀ ਟਰੱਕ ਵਿੱਚ ਟਰਾਲੇ ਵਿੱਚ ਸਫ਼ਰ ਨਹੀਂ ਕਰਨਾ ਚਾਹੀਦਾ ਹੈਗਾ। ਤੇ ਸਰਕਾਰ ਅਗਰ ਕੋਈ ਸਪੈਸ਼ਲ ਟ੍ਰੇਨ ਚਲਾਉਂਦੀ ਹੈ ਜਾਂ ਫਲਾਈਟ ਸਟਾਰਟ ਕਰਦੀ ਹੈਗੇ ਉਹਦੇ ਵਿੱਚ ਉਹ ਸਫ਼ਰ ਕਰਨਗੇ ਤਾਂ ਬੈਟਰ ਰਹੇਗਾ। ਟਰੱਕਾਂ ਵਿੱਚ 50-60-100 ਬੰਦਾ ਅਗਰ ਕਰੀਏ ਉਹ ਵੀ ਜਿਹੜਾ ਪ੍ਰੋਟੋਕਾਲ ਤੋਂ ਅਗੇਂਸਟ ਹੀ ਜਾਏਗਾ। ਤੇ ਬੈਟਰ ਹੈਗਾ ਕਿ ਉਹ ਸੰਯਮ ਰੱਖ ਕੇ ਆਪਣੇ ਆਪ ਜਿੱਥੇ ਹੈਗੇ ਉੱਥੇ ਕੋਈ ਤਕਲੀਫ ਹੈਗੀ। ਔਰ ਸਾਰੇ ਅੱਜ ਕੱਲ ਕਮਿਊਨੀਕੇਸ਼ਨ ਹੈਗੇ, ਵੀਡੀਓ ਕਾਲ ਹੈਗੀ, ਫੋਨ ਕਾਲਸ ਹੈਗੇ ਤੇ ਆਪਣੇ ਆਪ ਸਾਰੇ ਆਪਣੇ ਆਪ ਪਰਿਵਾਰ ਨਾਲ ਗੱਲ ਕਰ ਹੀ ਰਹੇ ਹੈਗੇ। ਥੋੜੀ ਜਿਹੀ ਦੂਰੀ ਹੈਗੀ ਬਟ ਸੰਯਮ ਰੱਖ ਕੇ ਅਗਰ ਕੰਮ ਕਰਨਗੇ ਤਾਂ ਬਹੁਤ ਉਹਨਾਂ ਦਾ ਸਰਕਾਰ ਨਾਲ ਸਹਿਯੋਗ ਹੀ ਹੋਏਗਾ। ਆਪਣੇ ਸਿੱਖ ਪੰਥ ਤੇ ਹਮੇਸ਼ਾ ਇੰਜ ਹੈਗਾ, ਸਰਕਾਰ ਨਾਲ ਤੇ ਸਹਿਯੋਗ ਹੀ ਰੱਖਦੀ ਹੈਗੀ, ਕਦੀ ਸਰਕਾਰ ਦੇ ਅਗੇਂਸਟ ਗਈ ਨਹੀਂ ਹੈਗੀ। ਤੇ ਇਸ ਵੇਲੇ ਸੰਯਮ ਰੱਖ ਕੇ ਅਗਰ ਕਰਨਗੇ ਤਾਂ 15-20 ਦਿਨ ਦੀ ਗੱਲ ਹੈ, ਸ਼ਾਇਦ ਉਹ ਆਪਣੇ ਆਪ ਪਹੁੰਚ ਜਾਣਗੇ। ਬਾਬਾ ਨਰਿੰਦਰ ਸਿੰਘ ਜੀ, ਮੈਂ ਤੁਹਾਡੇ ਕੋਲ ਆਉਣਾ,
ਅਗਰ ਆਪਾਂ ਗੱਲ ਕਰੀਏ ਤਾਂ ਅਪ੍ਰੈਲ 4 ਨੂੰ ਜਿਹੜਾ ਸੀ ਕੁਝ ਸੰਗਤਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀ, ਨਾਅਰੇਬਾਜ਼ੀ ਵੀ ਜਿਹੜੀ ਕੀਤੀ ਗਈ ਸੀ, ਪਰ ਉਹਨਾਂ ਨੂੰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਤੁਹਾਡੇ ਵੱਲੋਂ ਤੇ ਤੁਹਾਡੇ ਜਿਹੜੇ ਸੇਵਕ ਹੈਗੇ ਨੇ ਉਹਨਾਂ ਵੱਲੋਂ ਸਮਝਾਇਆ ਗਿਆ ਸੀ ਕਿ ਇਸ ਤਰੀਕੇ ਨਾਲ ਕਾਹਲੇ ਪੈਣ ਦੀ ਲੋੜ ਨਹੀਂ ਹੈ। ਤੁਹਾਡੇ ਵੱਲੋਂ ਵੀ ਜਿਹੜੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ, ਸਰਕਾਰ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਪਰ ਹੁਣ ਸਰਕਾਰ ਜਿਸ ਤਰ੍ਹਾਂ ਮਈ 3 ਦੀ ਤਰੀਕ ਦੇ ਚੁੱਕੀ ਹੈ ਕਿ ਟਰਾਂਸਪੋਰਟੇਸ਼ਨ ਜਿਹੜੀ ਹੈ ਮਈ 3 ਤੱਕ ਜਿਹੜੀ ਹੈ ਆਲਮੋਸਟ ਜਿਹੜੀ ਉਹ ਬੰਦ ਰਹੇਗੀ, ਪਰ ਵਿੱਚ ਇਹ ਵੀ ਗੱਲਾਂ ਹੋ ਰਹੀਆਂ ਨੇ ਕਿ ਹੋ ਸਕਦਾ ਕਿ ਅਸੀਂ ਜਿਹੜਾ ਕੋਈ ਨਾ ਕੋਈ ਸਾਧਨ ਜਿਹੜਾ ਉਹ ਅਰੇਂਜ ਕਰੀਏ। ਤੁਹਾਨੂੰ ਕੀ ਲੱਗਦਾ ਕਿ ਇਸ ਵੇਲੇ ਸੰਗਤਾਂ ਨੂੰ ਵੀ ਕਿਸ ਤਰੀਕੇ ਨਾਲ ਸਮਝਣ ਦੀ ਲੋੜ ਹੈ, ਕਿਉਂਕਿ ਹਰੇਕ ਦੀ ਜੇਬ ਦੇ ਵਿੱਚ ਇੰਨੇ ਕੁ ਪੈਸੇ ਨਹੀਂ ਹੈਗੇ ਕਿ ਉਹ ਆਪਣੀ ਜੇਬ ਦੇ ਵਿੱਚੋਂ 8 ਜਾਂ 9,000 ਰੁਪਏ ਖਰਚ ਕੇ ਜਿਹੜਾ ਹੈ ਪ੍ਰਾਈਵੇਟ ਗੱਡੀਆਂ ਦੇ ਰਾਹੀਂ ਆਪਣੇ ਘਰਾਂ ਤੱਕ ਜਾਵੇ। ਤੁਹਾਨੂੰ ਕੀ ਲੱਗਦਾ ਕਿ ਹੁਣ ਸੰਗਤਾਂ ਨੂੰ ਵੀ ਕੀ ਸਮਝਣ ਦੀ ਲੋੜ ਹੈ ਇੱਥੇ? ਰੁਕਦੇ ਵੀ ਆ ਵੀ ਜਿੰਨਾ ਚਿਰ ਨਾ ਜਾਓ ਇੱਥੇ ਠਹਿਰੋ, ਕਿਉਂਕਿ ਸਾਡੇ ਹੱਥ ਜੋੜਨ ਦੇ ਬਾਵਜੂਦ ਵੀ ਆਪਣੀ ਮਰਜ਼ੀ ਦੇ ਨਾਲ ਗੱਡੀਆਂ ਕਰਕੇ ਜਾ ਰਹੇ ਆ। ਕੁਝ ਵਾਪਸ ਇੱਥੇ ਆ ਰਹੀਆਂ। ਰਾਤੀ ਵੀ 10 ਗੱਡੀਆਂ ਗਈਆਂ, ਉਹ ਰਸਤੇ ਵਿੱਚੋਂ ਵਾਪਸ ਫਿਰ ਰਾਤ ਨੂੰ ਇੱਥੇ ਆ ਗਈਆਂ, ਕਿ ਅੱਗੇ ਪ੍ਰਸ਼ਾਸਨ ਜਿਹੜਾ ਉਹਨੂੰ ਜਾਣ ਨਹੀਂ ਦਿੰਦਾ, ਕਿਉਂਕਿ ਉਹ ਵੀ ਕਾਨੂੰਨ ਦੇ ਬੱਧਾ ਔਰ ਕਹਿਣ ਤੋਂ ਭਾਵ ਵਾਪਸ ਇੱਥੇ ਲੰਗਰ ਪਰਮਿਸ਼ਨ ਨਹੀਂ ਮਿਲਦੀ ਉਹਨਾਂ ਚਿਰ ਰੱਬ ਦਾ ਨਾਮ ਲਓ ਔਰ ਗੁਰੂ ਮਹਾਰਾਜ ਦੇ ਨਾਲ। ਤੁਹਾਡੀ ਆਵਾਜ਼ ਨਹੀਂ ਆ ਰਹੀ, ਬਿਲਕੁਲ ਜਿਹੜਾ ਉਹ ਕੱਟ ਰਿਹਾ ਹੈ ਇਸ ਵੇਲੇ। ਪ੍ਰਧਾਨ ਮੰਤਰੀ ਦੀ ਸਪੀਚ ਸੀ। ਮੈਂ ਹਰਵਿੰਦਰ ਸਿੰਘ ਜੀ ਤੁਹਾਨੂੰ ਬੇਨਤੀ ਕਰਾਂਗਾ ਤੁਸੀਂ ਸਿਗਨਲ ਇੱਕ ਵਾਰੀ ਚੈੱਕ ਕਰ ਲਓ, ਕਿਉਂਕਿ ਜਿਹੜਾ ਤੁਹਾਨੂੰ ਬੈਟਰ ਅਗਰ ਸਿਗਨਲ ਮਿਲਦਾ ਤਾਂ ਉਹਦੇ ਨਾਲ ਜ਼ਰੂਰ ਜਿਹੜਾ ਕੰਟੈਕਟ ਕਰੋ। ਹਾਂ ਬਿਲਕੁਲ। ਸਰਦਾਰ ਦਵਿੰਦਰਪਾਲ ਸਿੰਘ ਜੀ, ਮੈਂ ਤੁਹਾਡੇ ਕੋਲ ਹੈ, ਜਿਸ ਤਰੀਕੇ ਨਾਲ ਬਾਬਾ ਜੀ ਕਹਿ ਰਹੇ ਨੇ ਕਿ ਕਈ ਗੱਡੀਆਂ ਜਾ ਰਹੀਆਂ ਨੇ, ਗੱਡੀਆਂ ਤੋਂ ਵਿੱਚੋਂ ਫਿਰ ਉਹਨਾਂ ਨੂੰ ਬਾਰਡਰ ਤੋਂ ਜਿਹੜਾ ਵਾਪਸ ਮੋੜ ਕੇ ਭੇਜਿਆ ਜਾ ਰਿਹਾ, ਤੇ ਲੋਕੀ ਤਾਂ ਆਪਣੇ ਵੱਲੋਂ ਲਗਾਤਾਰ ਜਿਹੜੇ ਨੇ ਉਹ ਯਤਨ ਕਰ ਰਹੇ ਨੇ, ਪਰ ਇਹਦੇ ਵਿੱਚ ਲੋਕਲ ਪ੍ਰਸ਼ਾਸਨ ਜਿਹੜਾ ਤੁਹਾਡੇ ਏਰੀਆ ਨੂੰ ਜਿਹੜਾ ਗਾਈਡ ਕਰਦਾ ਜਾਂ ਜਿਹੜਾ ਉਹਦੇ ਨਾਲ ਸੰਪਰਕ ਦੇ ਵਿੱਚ ਹੈਗਾ, ਉਹਨੂੰ ਵੀ ਤੁਸੀਂ ਦੱਸ ਰਹੇ ਹੋ ਕਿ ਲੋਕੀ ਆਪਣੇ ਵੱਲੋਂ ਯਤਨ ਕਰ ਰਹੇ ਨੇ, ਲਗਾਤਾਰ ਬਾਹਰ ਜਾ ਰਹੇ ਨੇ, ਬਾਹਰੋਂ ਫਿਰ ਵਾਪਸ ਆ ਰਹੇ ਨੇ, ਤੇ ਜੇ ਗਲਤੀ ਇੱਕ ਬੰਦੇ ਦੀ ਵੀ ਹੋਵੇ ਤੇ ਜਿਹੜੀਆਂ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਵੇਲੇ ਗੁਰੂ ਘਰ ਦੇ ਵਿੱਚ ਰੁਕੀਆਂ ਹੋਈਆਂ ਨੇ, ਉਹਨਾਂ ਵਾਸਤੇ ਵੀ ਖਤਰਾ ਜਿਹੜਾ ਉਹ ਪੈਦਾ ਹੋ ਸਕਦਾ। हाँ बिल्कुल जी, खतरे वाली गल है, क्योंकि ये भी 25-26 मार्च तक ਜਿਹੜੇ ਚਲੇ ਗਏ ਉਸ ਤੋਂ ਬਾਅਦ ਕਿਸੇ ਨੂੰ ਪਰਮਿਸ਼ਨ ਵੀ ਨਹੀਂ ਮਿਲੀ ਹੈਗੀ। ਤੇ ਜਿਵੇਂ ਬਾਬਾ ਨਰਿੰਦਰ ਸਿੰਘ ਨੇ ਦੱਸਿਆ ਵੀ ਵਾਪਸ ਆ ਗਏ, ਉਸ ਤੋਂ ਬਾਅਦ ਕੋਈ ਵੀ ਨਹੀਂ ਗਿਆ, ਇੱਥੇ ਸਾਰੇ ਰੁਕੇ ਹੋਏ ਨੇ, ਕਿਉਂਕਿ ਇੱਥੇ ਦੀ ਮਹਾਰਾਸ਼ਟਰ ਸਟੇਟ ਗਵਰਨਮੈਂਟ ਬੜੀ ਸਖਤ ਹੋਈ ਹੈ ਕਿ ਕਿਸੇ ਨੂੰ ਪਰਮਿਸ਼ਨ ਨਹੀਂ ਦਿੱਤੀ ਤੇ ਰਸਤੇ 'ਚ ਅਲਾਉ ਵੀ ਨਹੀਂ ਕਰ ਰਹੇ। ਸੋ ਇਸ ਕਰਕੇ ਜਿਹੜੇ ਵੀ ਗਏ ਸੀ 25-26 ਮਾਰਚ ਨੂੰ, ਉਹ ਸਾਰੇ ਇੱਥੇ ਵਾਪਸ ਆ ਗਏ, ਜਿਵੇਂ ਕਿ ਬਾਬਾ ਨਰਿੰਦਰ ਸਿੰਘ ਨੇ ਦੱਸਿਆ ਜੀ ਆਪ ਜੀ ਨੂੰ। ਬਾਕੀ ਜਿਵੇਂ 60,000 ਰੁਪਏ ਬਾਬਾ ਜੀ ਨੇ ਦੱਸਿਆ, ਬਾਕੀ ਅੱਜ ਸਵੇਰੇ ਟੈਕਸੀ ਵਾਲਿਆਂ ਨੇ 60,000 ਰੁਪਏ ਲਿੱਤੇ ਔਰ ਰਸਤੇ 'ਚ ਵਾਪਸ ਆ ਗਏ ਤੇ ਸੰਗਤਾਂ ਇੱਥੇ ਰੁਕੀਆਂ। ਕੁਝ ਹੀ ਬੰਦੇ 8-10 ਟੈਕਸੀਆਂ ਵਾਲੇ ਪਹਿਲਾਂ ਜਿਹੜੇ ਨਿਕਲ ਗਏ ਸੀ 24-25 ਮਾਰਚ ਨੂੰ, ਉਸ ਤੋਂ ਬਾਅਦ ਉਹ ਵੀ ਨਹੀਂ ਜਾ ਪਾਏ ਜੀ। ਲੇਕਿਨ ਸਰਦਾਰ ਦਵਿੰਦਰਪਾਲ ਸਿੰਘ ਜੀ, ਮੇਰੀ ਸਵੇਰੇ ਕੁਝ ਸੰਗਤਾਂ ਦੇ ਨਾਲ ਗੱਲ ਹੋਈ ਹੈ, ਉਹਨਾਂ ਸੰਗਤਾਂ ਨੇ ਅੱਜ ਵੀ ਮੈਨੂੰ ਕਨਫਰਮ ਕੀਤਾ, ਜਦੋਂ ਉਹ ਤਕਰੀਬਨ ਪੰਜਾਬ ਦੇ ਕੋਲ ਪਹੁੰਚ ਚੁੱਕੇ ਹੋਏ ਸਨ, ਮੈਂ ਉਹਨਾਂ ਦਾ ਨੰਬਰ, ਉਹਨਾਂ ਦਾ ਟੈਲੀਫੋਨ ਨੰਬਰ ਸਾਰਾ ਕੁਝ ਮੇਰੇ ਕੋਲ ਹੈਗਾ, ਉਹ ਕਹਿੰਦੇ ਨੇ ਕਿ ਠੀਕ ਹੈ ਸਾਨੂੰ ਕਈ ਜਗ੍ਹਾ ਤੇ ਚੈੱਕ ਪੋਸਟਾਂ ਤੇ ਜਾ ਕੇ ਮੁਸ਼ਕਲ ਆਈ ਹੈ, ਪਰ ਜਿਹੜਾ ਉੱਥੇ ਹੱਥ ਜੋੜ ਕੇ ਜਾਂ ਜਿਸ ਤਰੀਕੇ ਨਾਲ ਵੀ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਨੇ ਉਹ ਉੱਥੋਂ ਨਿਕਲ ਗਏ ਨੇ। ਮੈਂ ਬਿਲਕੁਲ ਇਹ ਕਹਿੰਦਾ ਕਿ ਜੇ 10 ਗੱਡੀਆਂ ਨਿਕਲਦੀਆਂ ਨੇ, ਹੋ ਸਕਦਾ ਕਿ ਇੱਕ ਗੱਡੀ ਜਿਹੜੀ ਆਪਣੀ ਮੰਜ਼ਿਲ ਤੱਕ ਪਹੁੰਚ ਜਾਵੇ, 9 ਗੱਡੀਆਂ ਦੇ ਇਹ ਚਾਂਸ ਨੇ ਕਿ ਉਹਨਾਂ ਨੂੰ ਫਿਰ ਦੁਬਾਰਾ ਵਾਪਸ ਜਿਹੜਾ ਉਹ ਭੇਜਿਆ ਜਾਵੇ। ਇਹ ਇਤਨੇ ਹਾਲਾਤ ਹੋ ਸਕਦੇ ਨੇ, ਪਰ ਲੋਕ ਜਿਹੜੇ ਨੇ ਉਹ ਲੁੱਟ ਦਾ ਸ਼ਿਕਾਰ ਹੋ ਰਹੇ ਨੇ, ਇਹ ਆਪਣੇ ਆਪ 'ਚ ਵੀ ਮੰਨਣਾ ਪੈਣਾ ਹੈ। ਜੋ ਕਿ ਰਿਸਕ ਲੈਣ ਵਾਲੀ ਗੱਲ ਹੈ ਜੀ। ਤੇ ਬਾਕੀ ਟੈਕਸੀ ਵਾਲਿਆਂ ਨੇ ਤੇ ਇੱਥੋਂ ਦਾ ਸਿਸਟਮ ਹੈ ਹੀ ਹੈ ਕਿ ਉਹਨਾਂ ਨੇ ਮੌਕੇ ਅਨੁਸਾਰ ਸਵਾਰੀਆਂ ਨੂੰ ਲੁੱਟਣਾ ਹੀ ਲੁੱਟਣਾ ਹੈ। ਸੋ ਬੈਟਰ ਸੰਗਤਾਂ ਲਈ ਇਹੀ ਹੈ ਕਿ ਉਹ ਇੱਥੇ ਰੁਕਣ। ਮਹਾਰਾਜ ਕਿਰਪਾ ਕਰੇਗਾ ਜਲਦੀ ਤੋਂ ਜਲਦੀ ਇਹ ਅਰੇਂਜਮੈਂਟ ਹੋ ਜਾਣਗੇ, ਸੁੱਖ ਸ਼ਾਂਤੀ ਨਾਲ ਕਰ ਜਾਣਗੇ, ਕਿਉਂਕਿ ਇੱਥੇ ਜਿਵੇਂ ਇੱਕ ਦਾਦਕੇ ਪਰਿਵਾਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਦਸਮ ਪਿਤਾ ਜੀ, ਉਹ ਸਾਡੇ ਅਸੀਂ ਪਿਤਾ ਖਾਲਸਾ ਪੰਥ ਦੇ ਪਿਤਾ ਜੀ ਹੈਗੇ ਨੇ, ਤੇ ਅਸੀਂ ਆਪਣੇ ਘਰ ਇੱਥੇ ਰੁਕੇ ਹਾਂ। ਸੰਗਤਾਂ ਆਪਣੇ ਦਾਦਕਾ ਪਰਿਵਾਰ ਦੇ ਪਿਤਾ ਦੇ ਘਰ ਵਿੱਚ ਰੁਕੇ ਹੋਣ ਤੋਂ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਸੇਵਾ ਕਰਨ ਦੇ। ਸੋ ਸੰਗਤਾਂ ਨੂੰ ਚਾਹੀਦਾ ਕਿ ਉਹ ਇੱਥੇ ਰੁਕਣ, ਜਦੋਂ ਮਾਹੌਲ ਠੀਕ ਹੋ ਜਾਏ
ਮਹਾਰਾਜ ਕਿਰਪਾ ਕਰੇਗਾ ਘਰੋਂ ਘਰ ਜਾਣ ਦੀ, ਉਦੋਂ ਹੀ ਉਹ ਕੋਸ਼ਿਸ਼ ਕਰਨ। ਅਸੀਂ ਪੂਰੇ ਪਿਆਰ ਸਤਿਕਾਰ ਨਾਲ ਇੱਥੋਂ ਅਸੀਂ ਉਹਨਾਂ ਨੂੰ ਭੇਜਾਂਗੇ ਜੀ। ਇਹ ਰਿਸਕ ਲੈਣ ਵਾਲੀ ਗੱਲ ਹੈ ਰਸਤੇ ਪਰ 'ਚ, ਸਾਡੇ ਲੋਕ ਕਿਉਂਕਿ ਇਹ ਸਰਦਾਰ ਬਿਮਾਰੀ ਦਵਿੰਦਰਪਾਲ ਜਿਹੜੀ ਸਿੰਘ ਜੀ, ਪਰ ਸਾਡੇ ਲੋਕ ਨਹੀਂ ਨਾ ਸਮਝਦੇ ਹੈਗੇ। ਤੁਸੀਂ ਕਹਿੰਦੇ ਕਿ ਜਦੋਂ ਮਾਹੌਲ ਠੀਕ ਹੋਵੇ ਉਸ ਵੇਲੇ ਉਹ ਵਾਪਸ ਜਾਣ, ਉੱਥੋਂ ਤੱਕ ਤੇ ਲੋਕੀ ਜਾਂਦੇ ਨਹੀਂ ਪਏ। ਲੋਕਾਂ ਦੇ ਹੁਣ ਮਨ ਦੇ ਵਿੱਚ ਇਹ ਖਬਰਾਂ ਆਈਆਂ ਹੋਈਆਂ ਨੇ ਕਿ ਮਈ 3 ਦੀ ਜਿਹੜੀ ਉਹ ਤਰੀਕ ਜਿਹੜੀ ਉਹ ਦੇ ਦਿੱਤੀ ਗਈ ਹੈ, 3 ਨੂੰ ਵੀ ਫੈਸਲਾ ਹੋਣਾ ਕਿ ਖੋਲਣਾ ਕਿ ਨਹੀਂ ਖੋਲਣਾ। ਲੋਕ ਚਿੰਤਤ ਨੇ ਇਸ ਵੇਲੇ। ਸਟੇਟ ਗਵਰਨਮੈਂਟ ਨੇ ਆਪਣਾ ਪਾਸ ਕੀਤਾ ਹੈ ਕੈਬਨਿਟ ਮਿਨਿਸਟਰੀ 'ਚ, ਉਹਨਾਂ ਨੇ ਸੈਂਟਰ ਨੂੰ ਪਰਮਿਸ਼ਨ ਲਈ ਲਿਖ ਦਿੱਤਾ ਹੈਗਾ। ਉਮੀਦ ਹੈ ਕਿ ਵੀ ਹੋ ਸਕਦਾ ਹੈ ਕਿ ਵੀ 20 ਅਪ੍ਰੈਲ ਨੂੰ ਕੁਝ ਰਿਲੈਕਸੇਸ਼ਨ ਮਿਲ ਜਾਏ। ਬਿਲਕੁਲ ਹੋ ਸਕਦਾ ਕਿ 30 ਅਪ੍ਰੈਲ ਨੂੰ ਕੋਈ ਨਾ ਕੋਈ ਜਿਹੜੀ ਰਿਲੈਕਸੇਸ਼ਨ ਜਿਹੜੀ ਉਹ ਮਿਲ ਜਾਵੇ। ਇਹ ਆਪਣੇ ਆਪ 'ਚ ਚਲੋ ਮੰਨਦੇ ਆ। ਮਈ 3 ਤੇ ਅਪ੍ਰੈਲ 30 ਦੇ ਵਿੱਚ ਕੋਈ ਲੱਗ ਰਿਹਾ ਹੈ 20 ਅਪ੍ਰੈਲ ਨੂੰ ਪਰਸੋਂ। ਠੀਕ ਹੈ ਜੀ, ਉਮੀਦ ਕਰਦੇ ਹਾਂ ਕਿ 20 ਅਪ੍ਰੈਲ ਦੇ ਵਿੱਚ ਜਿਹੜਾ ਕੁਝ ਹੀ ਦਿਨ ਜਿਹੜੇ ਨੇ ਉਹ ਬਾਕੀ ਰਹਿ ਚੁੱਕੇ ਹੋਏ ਨੇ। ਸਰਦਾਰ ਮਨਪ੍ਰੀਤ ਸਿੰਘ ਜੀ, ਮੈਂ ਤੁਹਾਡੇ ਕੋਲ ਆਉਣਾ। ਅਗਰ ਤੁਹਾਡੀ ਵੇਖਿਆ ਜਾਵੇ ਤਾਂ ਬਿਲਕੁਲ ਉਸੇ ਹੀ ਇਲਾਕੇ ਦੇ ਵਿੱਚ ਨਾਲ ਤੁਸੀਂ ਵੀ ਹੈਗੇ ਹੋ। ਆਪਣੇ ਗੁਰੂ ਘਰ ਦੇ ਵਿੱਚ ਜਿਹੜੀਆਂ ਇਸ ਵੇਲੇ ਕਿਸ ਤਰੀਕੇ ਦੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ, ਕਿ ਜਿਹੜੀਆਂ ਸੰਗਤਾਂ ਤੁਹਾਡੇ ਗੁਰੂ ਘਰ ਦੇ ਕੋਲ ਆਈਆਂ ਸਨ ਉਹਨਾਂ ਦੇ ਕਿਸ ਤਰੀਕੇ ਨਾਲ ਪ੍ਰਬੰਧ ਕੀਤੇ ਜਾ ਰਹੇ ਨੇ, ਜਾਂ ਜਿਹੜੇ ਆਸੇ-ਪਾਸੇ ਦੇ ਲੋਕ ਨੇ ਰਹਿਣ ਵਾਲੇ ਉਹਨਾਂ ਦੀ ਕਿਸ ਤਰੀਕੇ ਨਾਲ ਜਿਹੜੀ ਮਦਦ ਇਸ ਵੇਲੇ ਕੀਤੀ ਜਾ ਰਹੀ ਹੈ? ਸਾਡੇ ਕੋਲ ਕੁਝ 10 ਪਰਿਵਾਰ ਆਏ ਹੋਏ ਸੀ ਬਾਹਰੋਂ, ਉਹ ਇੱਥੇ ਲੋਕਡਾਊਨ ਕਰਕੇ ਰੁਕ ਗਏ ਹੈਗੇ। ਉਹ ਕਾਫੀ ਸੈਟੀਸਫਾਈਡ ਹੈਗੇ ਤੇ ਨਾਲ ਉਹ ਖੁਸ਼ ਹੈਗੇ ਇੱਥੇ। ਉਹਨਾਂ ਨੂੰ ਕੁਝ ਜਾਣ ਦੀ ਹੋੜ ਨਹੀਂ ਹੈਗੀ ਔਰ ਨਾ ਉਹਨਾਂ ਕਰ ਰਹੇ ਹੈਗੇ। ਕੁਝ ਪਰਿਵਾਰ ਛੱਤੀਸਗੜ੍ਹ ਤੋਂ, ਰਾਏਪੁਰ ਤੋਂ ਹੈਗੇ, ਕੁਝ ਪੰਜਾਬ ਤੋਂ ਵੀ ਹੈਗੇ ਤੇ ਕੁਝ ਹੋਰ ਜਗ੍ਹਾ ਤੋਂ ਹੈਗੇ। ਪਿੱਛੇ ਹੁਣ 3-4 ਦਿਨ ਪਹਿਲਾਂ ਕੁਝ ਟਰੱਕ ਡਰਾਈਵਰ ਆਏ ਸੀ ਇੱਥੇ, ਇੱਥੋਂ ਦੀ 160 ਕਿਲੋਮੀਟਰ ਦੂਰ ਇੱਕ ਸੀਮਿੰਟ ਪਲਾਂਟ ਹੈਗਾ ਵਾੜੀ ਕਰਕੇ। ਉੱਥੇ ਉਹ ਸੀਮਿੰਟ ਖਾਲੀ ਕਰਕੇ ਟਰੱਕ ਉੱਥੇ ਰੱਖ ਦਿੱਤਾ ਉਹਨਾਂ ਨੇ। ਆਪਣੇ ਟਰੱਕ ਰੱਖ ਕੇ ਫਿਰ ਸਾਨੂੰ ਫੋਨ ਲਾਇਆ ਕਿ ਸਾਨੂੰ ਉੱਥੋਂ ਦੀ ਸ਼ਿਫਟ ਕਰੋ, ਸਾਨੂੰ ਇੱਥੇ ਦਿੱਕਤ ਹੋ ਰਹੀ ਹੈ। ਫਿਰ ਅਸੀਂ ਇੱਕ ਗੱਡੀ ਕਰਵਾ ਕੇ ਉਹਨਾਂ ਨੂੰ ਉੱਥੋਂ ਦੀ ਇੱਥੇ ਸ਼ਿਫਟ ਕਰਵਾਇਆ। ਪਰਮਿਸ਼ਨ ਲੈ ਲਈ ਸੀ ਪ੍ਰਸ਼ਾਸਨ ਤੋਂ ਕਿ ਉਹਨਾਂ ਨੂੰ ਉੱਥੇ ਲਿਆ ਕੇ ਫਿਰ ਅਸੀਂ ਨਾ ਹਸਪੀਟਲ ਤੋਂ ਉਹਨਾਂ ਦਾ ਚੈੱਕਅਪ ਕਰਵਾਇਆ। ਚੈੱਕਅਪ ਕਰਵਾ ਕੇ ਸਾਡੇ ਕੋਲ ਕਮਰੇ ਦਿੱਤੇ ਹੈਗੇ। ਉਹ ਇੱਥੇ ਕਰੀਬ 6-7 ਡਰਾਈਵਰ ਜਿਹੜੇ ਹਾਰਵੈਸਟਿੰਗ ਵਾਲੇ ਵੀ ਹੈਗੇ, ਜਿਹੜੇ ਮਸ਼ੀਨ ਲੈ ਕੇ ਆਏ ਸੀ, ਉਹ ਵੀ ਇੱਥੇ ਹਾਰਵੈਸਟਿੰਗ ਦਾ ਕੰਮ ਚੱਲ ਰਿਹਾ ਸੀ। ਉਹਨਾਂ ਦੇ 100-150 ਕਿਲੋਮੀਟਰ ਦੂਰੀ ਹੈ ਸੀ। ਬਾਬਾ ਜੀ ਨੇ ਫੋਨ ਲਾਇਆ ਸੀ, ਬਾਬਾ ਲਵਿੰਦਰ ਸਿੰਘ ਜੀ ਨੇ, ਕਿ ਉਹਨਾਂ ਨੂੰ ਤੁਸੀਂ ਉੱਥੋਂ ਦੀ ਸ਼ਿਫਟ ਕਰੋ ਕਰਕੇ। ਫਿਰ ਅਸੀਂ ਉੱਥੋਂ ਦੀ ਉਹਨਾਂ ਨੂੰ ਸ਼ਿਫਟ ਕਰਵਾ ਕੇ ਨਾਨਕ ਚਿਹਰੇ ਲਿਆਏ। ਇੱਥੇ ਉਹ ਆਰਾਮ ਨਾਲ ਹੈਗੇ ਤੇ ਕੋਈ ਉਹਨਾਂ ਨੂੰ ਉਹ ਚਿੰਤਾ ਵੀ ਨਹੀਂ ਕਰ ਰਹੇ ਤੇ ਉਹਨਾਂ ਨੂੰ ਕਹਿੰਦੇ ਕਿ ਸਾਨੂੰ ਜਦੋਂ ਤੇ ਲੋਕਡਾਊਨ ਖੁੱਲਦਾ ਨਹੀਂ ਅਸੀਂ ਇੱਥੇ ਆਰਾਮ ਨਾਲ ਰਵਾਂਗੇ। ਤੇ ਬਾਕੀ ਜਿਹੜੇ ਇੱਥੇ ਦੇ ਜਿਹੜੇ ਲੋਕਲ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਚੱਲ ਰਿਹਾ ਹੈਗਾ ਜੀ। ਜਿਹੜੇ ਇੱਥੇ ਦੇ ਗਵਰਨਮੈਂਟ ਹਸਪੀਟਲ ਦੇ ਸਟਾਫ ਹੈਗਾ, ਡਾਕਟਰ, ਨਰਸਸ, ਉਹਨਾਂ ਦਾ ਲੰਗਰ 2 ਟਾਈਮ ਅਸੀਂ ਦੁਪਹਿਰੀ ਤੇ ਰਾਤੀ ਦਾ ਲੰਗਰ ਅਸੀਂ ਗੁਰਦੁਆਰਾ ਸ੍ਰੀ ਨਾਨਕ ਜੀਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਜਾ ਰਿਹਾ। ਤੇ ਜਿਹੜੇ ਕੁਆਰੰਟਾਈਨ ਦੇ ਪੇਸ਼ੈਂਟਸ ਹੈਗੇ, ਜਿਹੜੇ ਸੈਕੰਡਰੀ ਪ੍ਰਾਇਮਰੀ ਜਿਹੜੇ ਉਹਨਾਂ ਨੂੰ ਕੁਆਰੰਟਾਈਨ ਕੀਤੇ 200-250 ਪੇਸ਼ੈਂਟ ਹੈਗਾ, ਉਹਨਾਂ ਦਾ ਵੀ ਲੰਗਰ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਜਾ ਰਿਹਾ ਹੈਗਾ। ਬਾਕੀ ਰਾਤੀ ਜਿਹੜੇ ਹੈਗਾ 11-11:30 ਵਜੇ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਜਿਹੜੇ ਡਿਊਟੀ ਤੇ ਲੱਗੇ ਹੋਏ, ਉਹਨਾਂ ਦੀ ਚਾਹ ਤੇ ਬਿਸਕਟ ਦਾ ਵੀ ਇੰਤਜ਼ਾਮ ਅਸੀਂ ਰਾਤੀ 11 ਵਜੇ ਇੱਕ ਚਾਹ ਉਹਨਾਂ ਨੂੰ ਦੇ ਦਿੰਦੇ ਜਿਹੜੇ ਡਿਊਟੀ ਤੇ ਹੈਗੇ। ਤੇ ਬਾਕੀ ਸਾਡਾ ਸਹਿਯੋਗ ਤੇ ਪੂਰਾ ਹੈਗਾ। ਜਿਹੜੇ ਵੀ ਸਰਕਾਰ, ਹਾਂਜੀ, ਜ਼ਿਲ੍ਹਾ ਪ੍ਰਸ਼ਾਸਨ ਹੈਗਾ, ਉਹ ਜਿਹੜਾ ਵੀ ਜੋ ਹੁਕਮ ਕਰਦੀ ਹੈ ਅਸੀਂ ਉਹ ਪ੍ਰੋਵਾਈਡ ਕਰ ਰਹੇ ਹੈਗੇ ਜੀ। ਬਿਲਕੁਲ, ਮੈਂ ਸਰਦਾਰ ਹਰਵਿੰਦਰ ਸਿੰਘ ਸੋਹਲ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਅਗਰ ਉਹ ਸਾਡੇ ਨਾਲ ਜੁੜ ਚੁੱਕੇ ਹੋਏ ਨੇ ਤਾਂ ਉਹ ਵੀ ਆਪਣੇ ਵੱਲੋਂ ਜਿਹੜੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਨ, ਕਿਉਂਕਿ ਖਾਸ ਤੌਰ 'ਤੇ ਅੱਜ ਉਹ ਵੀ ਸੰਗਤੀ ਰੂਪ ਦੇ ਵਿੱਚ ਜਿਹੜੇ ਉਹਨਾਂ ਦੇ ਸੰਗਤ ਦੇ ਆਪਣੇ ਵਿਊਜ਼ ਹੈਗੇ ਨੇ, ਉਹਦੇ ਵਾਸਤੇ ਅਸੀਂ ਉਹਨਾਂ ਨੂੰ ਜ਼ਰੂਰ ਸੰਪਰਕ ਕੀਤਾ ਸੀ। ਮੈਂ ਆਪਣੀ ਟੀਮ ਨੂੰ ਕਹਾਂਗਾ ਸਰਦਾਰ ਹਰਵਿੰਦਰ ਸਿੰਘ ਸੋਹਲ ਉਹਨਾਂ ਨਾਲ ਜ਼ਰੂਰ ਸੰਪਰਕ ਕਰੋ, ਅਤੇ ਜੇ ਉਹ ਗੁਰੂ ਘਰ ਦੇ ਬਾਹਰ ਹੈਗੇ ਨੇ ਤਾਂ ਅਸੀਂ ਉਹਨਾਂ ਦੇ ਵਿਚਾਰ ਜਿਹੜੇ ਨੇ ਉਹ ਜ਼ਰੂਰ ਸ਼ਾਮਲ ਕਰੀਏ। ਜਿਸ ਤਰੀਕੇ ਨਾਲ ਸਰਦਾਰ ਮਨਪ੍ਰੀਤ ਸਿੰਘ ਜੀ ਮੈਂ ਗੱਲ ਕਰਾਂ ਤੇ ਤੁਸੀਂ ਗੁਰਦੁਆਰਾ ਨਾਨਕ ਚੀਰਾ ਸਾਹਿਬ ਦੇ ਕਰਨਾਟਕਾ ਦੇ ਜਿਹੜੇ ਵਿੱਚ ਪੈਂਦਾ ਹੈ, ਬਹੁਤ ਸਾਰੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਟਰੱਕ ਡਰਾਈਵਰ ਜਿਹੜੇ ਨੇ ਆਪਣੇ ਪੰਜਾਬੀ ਭਾਈਚਾਰੇ ਵਾਲੇ ਜਿਹੜੇ ਟਰੱਕ ਡਰਾਈਵਰ ਇੱਧਰ ਉੱਧਰ ਸਮਾਨ ਪ੍ਰਦਾਨ ਕਰਦੇ ਨੇ, ਉਹ ਬਿਲਕੁਲ ਇਹਦੇ ਨਾਲ ਜਿਹੜੇ ਇਹਨਾਂ ਹਾਲਾਤਾਂ ਦੇ ਵਿੱਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਸਨ। ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ ਕਿ ਜਦੋਂ ਤੁਹਾਨੂੰ ਪਤਾ ਲੱਗਾ ਕਿ ਇਸ ਤਰੀਕੇ ਨਾਲ ਕੁਝ ਡਰਾਈਵਰ ਹੈਗੇ ਨੇ, ਉਹਨਾਂ ਨੂੰ ਕਮਰਾ ਵੀ ਤੁਸੀਂ ਪ੍ਰੋਵਾਈਡ ਕਰਾਇਆ, ਉਹਨਾਂ ਨੂੰ ਖਾਣਾ ਪੀਣਾ ਵੀ ਕਰਾਇਆ, ਉਹਨਾਂ ਦਾ ਮੈਡੀਕਲ ਵੀ ਚੈੱਕਅਪ ਕਰਾਇਆ। ਸਾਡੇ ਕੋਲ ਵੀ ਖਬਰਾਂ ਜਿਹੜੀਆਂ ਸਨ, ਅਮਰੀਕਾ ਤੱਕ ਵੀ ਖਬਰਾਂ ਆਈਆਂ ਸਨ ਕਿ ਪੰਜਾਬੀ ਟਰੱਕ ਡਰਾਈਵਰ ਜਿਹੜੇ ਨੇ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਨੇ, ਕਿਉਂਕਿ ਲੋਕਾਂ ਨੇ ਇੱਥੇ ਪਾਣੀ ਦੀਆਂ ਟੈਂਕੀਆਂ ਦੇ ਉੱਤੇ ਵੀ ਲਿਖ ਕੇ ਲਾਤਾ ਹੈ ਕਿ ਟਰੱਕ ਡਰਾਈਵਰ ਜਿਹੜੇ ਨੇ ਉਹ ਪਾਣੀ ਜਿਹੜੀ ਟੈਂਕੀ ਹੈਗੀ ਉਹਨੂੰ ਹੱਥ ਨਾ ਲਾਉਣ ਤੇ ਨਾ ਹੀ ਇੱਥੋਂ ਪਾਣੀ ਪੀਣ। ਤੁਹਾਨੂੰ ਕੀ ਲੱਗਦਾ ਕਿ ਜਿਸ ਤਰੀਕੇ ਨਾਲ ਹੁਣ ਪ੍ਰਬੰਧ ਕੀਤੇ ਗਏ ਨੇ, ਜਾਂ ਜਿਸ ਤਰੀਕੇ ਨਾਲ ਪ੍ਰਸ਼ਾਸਨ ਨੇ ਵੀ ਇਹਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਇਹਦੇ ਨਾਲ ਕਿੰਨਾ ਕੁ ਵਧੀਆ ਮਾਹੌਲ ਜਿਹੜਾ ਉਹ ਹੋਵੇਗਾ? ਹੁਣ ਦੇਖੋ, ਸਿੱਖ ਸਮਾਜ ਤੇ ਕਦੀ ਪਿੱਛੇ ਨਹੀਂ ਹਟਿਆ
ਤੇ ਆਪਾਂ ਜਿਹੜੀ ਤਰਫੋਂ ਆਪਣੀ ਤਰਫੋਂ ਹੋ ਗਿਆ ਸਿੱਖ ਜੀ। ਸਮਾਜ ਦੀ ਤਰਫੋਂ ਉਹ ਤੇ ਆਪਣਾ ਪੂਰਾ ਸਹਿਯੋਗ ਕਰੀ ਜਾ ਰਹੇ ਹੈ। ਉਹ ਕੋਈ ਸਾਨੂੰ ਕੋਈ ਫੋਨ ਆ ਜਾਂਦਾ ਹੈ, ਜੀ। ਭਾਵੇਂ ਉਹ ਸਿੱਖ ਹੋਏ ਜਾਂ ਪੰਜਾਬੀ ਹੋਏ ਚਾਹੇ ਹੋਰ ਹੋਏ, ਤੇ ਜਿਹੜਾ ਵੀ ਅਗਰ ਕੋਈ ਕਰਦਾ ਹੈ ਕਿ ਸਾਨੂੰ ਉੱਥੇ ਇੰਤਜ਼ਾਮ ਨਹੀਂ ਹੈਗਾ, ਸਾਡਾ ਇੰਤਜ਼ਾਮ ਕਰੋ ਲੰਗਰ ਦਾ, ਅਸੀਂ ਉਹ ਪ੍ਰੋਵਾਈਡ ਕਰ ਰਹੇ ਹੈਗੇ। ਤੇ ਕੁਝ ਇੱਥੇ ਜ਼ਿਲ੍ਹੇ ਦੇ ਆਸ-ਪਾਸ ਵੀ 50-60 ਕਿਲੋਮੀਟਰ ਕੁਝ ਪਰਿਵਾਰ ਹੈਗੇ ਸੀ, ਉੱਥੇ ਸਾਡੇ ਪ੍ਰਧਾਨ ਸਾਹਿਬ ਨੇ ਆਪਣੀ ਤਰਫੋਂ 200-250 ਬੰਦਿਆਂ ਦਾ ਰਾਸ਼ਨ ਹਰ 15-15 ਦਿਨ ਵਿੱਚ ਪਹੁੰਚਾ ਰਹੇ ਹੈਗੇ। ਤੇ ਉਹਨਾਂ ਦਾ ਰਾਸ਼ਨ ਪਾਣੀ ਜਿੰਨੇ ਵੀ ਪਰਿਵਾਰ ਕਰੀਬ ਜੀ। 65 ਪਰਿਵਾਰ ਸੀ, 65 ਪਰਿਵਾਰ ਹੈਗੇ ਸੀ ਆਸ-ਪਾਸ ਜਿਹੜੇ 50-60 ਕਿਲੋਮੀਟਰ ਦੇ ਆਸ-ਪਾਸ ਰਹਿੰਦੇ ਹੈਗੇ। ਉਹਨਾਂ ਦੇ ਫੋਨ ਆਏ ਤੇ ਉਹਨਾਂ ਨੂੰ ਹਰ 15-15 ਦਿਨ ਦਾ ਰਾਸ਼ਨ ਪਹੁੰਚਾਇਆ ਜਾ ਰਿਹਾ। ਉਹ ਪ੍ਰਧਾਨ ਸਾਹਿਬ ਆਪਣੀ ਤਰਫੋਂ, ਬਲਵੀਰ ਸਿੰਘ ਜੀ ਆਪਣੀ ਤਰਫੋਂ ਕਰ ਰਹੇ ਹੈਗੇ ਜੀ। ਬਿਲਕੁਲ, ਇਹ ਆਪਣੇ ਆਪ 'ਚ ਜਿਹੜੇ ਬੜੇ ਸੋਹਣੇ ਅਰੇਂਜਮੈਂਟ ਹੈਗੇ ਨੇ। ਸਰਦਾਰ ਦਵਿੰਦਰਪਾਲ ਸਿੰਘ ਜੀ, ਮੈਂ ਤੁਹਾਡੇ ਕੋਲ ਆਉਣਾ, ਜਿਸ ਤਰੀਕੇ ਨਾਲ ਗੁਰਦੁਆਰਾ ਲੰਗਰ ਸਾਹਿਬ ਦੇ ਅਤੇ ਬਾਬਾ ਨਰਿੰਦਰ ਜੀ ਉਹਨਾਂ ਨੇ ਦੱਸਿਆ ਕਿ ਆਪਣੇ ਵੱਲੋਂ ਜਿਹੜੇ ਨੇ 4 ਲੱਖ ਸੰਗਤਾਂ ਦਾ ਲੰਗਰ ਰੋਜ਼ ਤਿਆਰ ਕਰਨਾ, ਇਹ ਆਪਣੇ ਆਪ 'ਚ ਬਹੁਤ ਵੱਡਾ ਪ੍ਰਬੰਧ ਆਪਾਂ ਇਹਨੂੰ ਕਹਿ ਸਕਦੇ ਹਾਂ। ਅਤੇ ਇਸ ਔਖੀ ਘੜੀ ਦੇ ਵਿੱਚ ਖਾਸ ਤੌਰ 'ਤੇ ਜਦੋਂ ਆਪਣੇ ਪਰਿਵਾਰਾਂ ਦੇ ਜਿਹੜੇ ਨੇ ਉਹ ਪੀਪੇ ਖੜਕ ਚੁੱਕੇ ਹੋਏ ਨੇ, ਪਤਾ ਨਹੀਂ ਹੈਗੀ ਕਿਉਂਕਿ ਪੈਸਾ ਦੂਰ ਤੱਕ ਦਾ ਉਹ ਕੋਈ ਆਉਂਦਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ, ਤੇ ਜਦੋਂ ਇਸ ਤਰੀਕੇ ਨਾਲ ਗੁਰੂ ਘਰ ਜਿਹੜਾ ਇੰਨੀ ਵੱਡੀ ਤਾਦਾਦ ਦੇ ਵਿੱਚ ਲੰਗਰਾਂ ਦੇ ਪ੍ਰਬੰਧ ਕਰ ਰਿਹਾ, ਤੇ ਸਰਕਾਰ ਵੀ ਕੀ ਆਪਣੇ ਵੱਲੋਂ ਕੋਈ ਸਹਿਯੋਗ ਕਰ ਰਹੀ ਹੈ, ਕਿਸੇ ਤਰੀਕੇ ਦਾ ਰਾਸ਼ਨ ਲੈ ਕੇ ਆਵੇ ਜਾਂ ਕਿਸੇ ਤਰੀਕੇ ਦੀ ਕੋਈ ਮਾਲੀ ਸਹਾਇਤਾ ਜਾਂ ਕੋਈ ਹੋਰ ਗੱਲਬਾਤ? ਨਹੀਂ, ਖਾਲੀ ਮੈਡੀਕਲ ਟੀਮ ਦੀ ਉਹਨਾਂ ਦੀ ਸੇਵਾ ਸੈਨੀਟਾਈਜੇਸ਼ਨ ਲਈ ਮਿਲੀ ਹੈ। ਜ਼ਿਆਦਾਤਰ ਤੱਕ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵੱਲੋਂ ਸਾਰੇ ਸ਼ਹਿਰ ਨੂੰ ਸੈਨੀਟਾਈਜੇਸ਼ਨ ਕਰਨ ਦਾ ਉਪਰਾਲਾ ਕੀਤਾ ਗਿਆ, ਕਿਉਂਕਿ ਪ੍ਰਧਾਨ ਸਾਹਿਬ ਦੀ ਆਪਣੀ ਫੈਕਟਰੀ ਹੈਗੀ ਹੈ, ਉੱਥੋਂ ਉਹਨਾਂ ਨੇ ਸੈਨੀਟਾਈਜ਼ਰ ਭੇਜਿਆ ਹੈਗਾ। ਆਪਣੇ 20 ਬੈਰਲ ਪਹਿਲਾਂ ਭੇਜੇ, 20 ਬੈਰਲ ਸੈਕਿੰਡ ਲਾਟ 'ਚ ਭੇਜੇ, ਉਹ ਜਿਸ ਨੂੰ ਅਸੀਂ ਯੂਜ਼ ਕਰਕੇ ਇੱਥੇ ਸੈਨੀਟਾਈਜੇਸ਼ਨ ਕਰਾਇਆ ਹੈਗਾ। ਤੱਕ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿੱਚ ਜੋ ਯਾਤਰੂ ਐਂਟਰ ਕਰਦਾ ਹੈ ਉਹਨੂੰ ਵੀ ਪੂਰਾ ਪ੍ਰੋਪਰ ਹੱਥ ਉਹਦੇ ਨਾਲ ਸਾਫ਼ ਕਰਾਏ ਜਾਂਦੇ ਹਨ। ਤਖਤ ਸਾਹਿਬ ਦੀ ਬਿਲਡਿੰਗ ਵਿੱਚ ਫ੍ਰੀਕੁਐਂਟ ਅਸੀਂ ਸੈਨੀਟਾਈਜੇਸ਼ਨ ਕਰਾ ਰਹੇ ਹਾਂ ਅੰਦਰ ਵੀ। ਤੇ ਉਸ ਤੋਂ ਇਲਾਵਾ ਪਾਠੀ ਸਿੰਘ ਜਿਹੜੇ ਇੱਥੇ ਸੇਵਾ ਪਾਠਾਂ ਦੀ ਕਰਦੇ ਹਨ, ਉਹਨਾਂ ਨੂੰ ਵੀ ਕੱਚਾ ਰਾਸ਼ਨ ਵੀ ਦਿੱਤਾ ਗਿਆ। ਇਹ ਲੰਗਰ ਤੇ ਜਿਹੜਾ ਪੱਕਿਆ ਪਕਾਇਆ ਕਲੋਨੀਆਂ 'ਚ ਵੀ ਜਾ ਰਿਹਾ, ਲੰਗਰ ਸਾਹਿਬ ਵੱਲੋਂ ਵੀ ਜਾ ਰਿਹਾ, ਤਖਤ ਸਾਹਿਬ ਵੱਲੋਂ ਵੀ ਜਾ ਰਿਹਾ। ਤੇ ਪਰੰਤੂ ਕੱਚਾ ਰਾਸ਼ਨ ਜੋ ਹੈ ਪਾਠੀ ਸਿੰਘ ਜੋ ਗ੍ਰੰਥੀ ਸਿੰਘ ਜਿਹੜੇ ਇੱਥੇ ਗਰੀਬ ਪਰਿਵਾਰ ਹਨ, ਤੇਲੰਗਾਨਾ ਦੇ ਵੀ ਕੁਝ ਕਰੀਮ ਨਗਰ ਜਿਹੜਾ ਏਰੀਆ ਹੈਗਾ, ਉਹਨਾਂ ਨੂੰ ਵੀ ਇੱਥੋਂ ਸਪਲਾਈ ਕੀਤਾ ਗਿਆ ਜੀ 664 ਬੰਦਿਆਂ ਨੂੰ ਜੀ। ਬਿਲਕੁਲ, ਸਾਡੇ ਨਾਲ ਸਰਦਾਰ ਹਰਵਿੰਦਰ ਸਿੰਘ ਸੋਹਲ ਜੀ ਜਿਹੜੇ ਨੇ ਉਹ ਜੁੜ ਚੁੱਕੇ ਹੋਏ ਨੇ, ਸੰਗਤੀ ਰੂਪ ਦੇ ਵਿੱਚ ਇਸ ਵੇਲੇ ਗੁਰੂ ਘਰ ਦੇ ਵਿੱਚ ਹੈਗੇ ਨੇ। ਇਹ ਵੀ ਜਿਹੜੇ ਇਸ ਵੇਲੇ ਲੋਕਡਾਊਨ ਦੇ ਕਰਕੇ ਜਿਹੜਾ ਉੱਥੇ ਸੰਗਤ ਦੇ ਨਾਲ ਜਿਹੜੇ ਨੇ ਉਹ ਸਟਕ ਹੋਏ ਨੇ। ਹਰਵਿੰਦਰ ਸਿੰਘ ਸੋਹਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਹਿਲਾਂ ਤੇ ਬਹੁਤ ਮਿਹਰਬਾਨੀ ਤੁਹਾਡੀ ਕਿ ਤੁਸੀਂ ਬਾਬਾ ਨਰਿੰਦਰ ਸਿੰਘ ਜੀ ਉਹਨਾਂ ਦੇ ਸਾਨੂੰ ਦਰਸ਼ਨ ਕਰਵਾਏ ਨੇ ਤੇ ਉਹਨਾਂ ਨਾਲ ਬੋਲ ਜਿਹੜੇ ਨੇ ਸਾਡੇ ਉਹ ਸਾਂਝੇ ਕਰਵਾਏ ਨੇ। ਤੇ ਤੁਸੀਂ ਆਪਣੇ ਤੌਰ ਤੇ ਅਗਰ ਸੰਗਤ ਦੀ ਅਸੀਂ ਗੱਲ ਕਰੀਏ, ਤੁਸੀਂ ਸੰਗਤ ਦੇ ਵਿੱਚ ਵਿਚਰਦੇ ਹੋ ਕਿਉਂਕਿ ਤੁਸੀਂ ਉਹਦਾ ਪਾਰਟ ਹੈਗੇ ਹੋ। ਇਸ ਵੇਲੇ ਸੰਗਤਾਂ ਦਾ ਕਿਸ ਤਰੀਕੇ ਨਾਲ ਜਿਹੜਾ ਉਹ ਜਜ਼ਬਾ ਹੈਗਾ ਜਾਂ ਉਹਨਾਂ ਦੇ ਵਿੱਚ ਕਿਸ ਤਰੀਕੇ ਨਾਲ ਮਾਹੌਲ ਹੈਗਾ, ਉਹ ਕੀ ਸਮਝ ਰਹੇ ਨੇ? ਕਿਉਂਕਿ ਸਰਕਾਰਾਂ ਵੱਲੋਂ ਆਸ਼ਵਾਸਨ ਹੀ ਮਿਲ ਰਿਹਾ, ਭਾਵੇਂ ਗੁਰੂ ਘਰ ਦੀ ਕਮੇਟੀ ਜਿਹੜੀ ਲਗਾਤਾਰ ਉਹਨਾਂ ਨੂੰ ਅਪੀਲ ਕਰ ਰਹੀ ਹੈ ਸਰਕਾਰ ਨੂੰ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਵੇ, ਅਸੀਂ ਆਪਣੇ ਖਰਚੇ ਦੇ ਉੱਤੇ ਸੰਗਤਾਂ ਨੂੰ ਘਰ ਘਰ ਛੱਡ ਕੇ ਆਵਾਂਗੇ। ਪਰ ਜਦੋਂ ਕੁਝ ਸੰਗਤਾਂ ਨੂੰ ਪਤਾ ਨਹੀਂ ਲੱਗਦਾ, ਉਹਨਾਂ ਨੂੰ ਕੁਝ ਸਮਝ ਨਹੀਂ ਆ ਰਹੀ ਕਿ ਸਰਕਾਰ ਵੱਲੋਂ ਹਾਂ ਨਾ ਦੇ ਵਿੱਚ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ, ਤਾਂ ਉਹਨਾਂ ਦੇ ਵਿੱਚ ਕਿੰਨਾ ਕੁ ਇਸ ਵੇਲੇ ਗੁੱਸਾ ਹੈਗਾ? ਹੈਲੋ, ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਫਤਿਹ ਜੀ। ਜੀ ਹਾਂਜੀ ਵੀਰ ਜੀ, ਸੰਗਤਾਂ ਦੇ ਵਿੱਚ ਇਸ ਤਰ੍ਹਾਂ ਜੀ, ਸੰਗਤਾਂ ਨੂੰ ਡੇਢ ਮਹੀਨਾ ਹੋ ਗਿਆ ਜੀ ਇੱਥੇ ਆਈਆਂ ਨੂੰ। ਤੇ ਮੋਸਟਲੀ ਜਿਹੜੀ ਇੱਥੇ ਸੰਗਤ ਦੇਖੀ ਆ ਜਾਂ ਸੰਗਤ ਨਾਲ ਜਿੱਦਾਂ ਵਿਚਰ ਕੇ ਦੇਖੀ ਆ ਜੀ, ਮੋਸਟਲੀ ਸੰਗਤ ਜਿਹੜੀ ਹੈਗੀ ਆ ਪੰਜਾਬ ਤੋਂ, ਤੇ ਪੰਜਾਬ ਤੋਂ ਉਹ ਸੰਗਤ ਆ ਜਿਨ੍ਹਾਂ ਦਾ ਪਿੱਛੇ ਬਿਜ਼ਨਸ ਹੈਗਾ ਐਗਰੀਕਲਚਰ ਦਾ ਜੀ। ਜੀ ਐਗਰੀਕਲਚਰ ਬਿਜ਼ਨਸ ਹੋਣ ਕਰਕੇ ਹੁਣ ਜਿਸ ਤਰ੍ਹਾਂ ਵਾਢੀਆਂ ਦੇ ਦਿਨ ਸ਼ੁਰੂ ਹੋ ਗਏ ਨੇ ਜੀ, ਉਹਨਾਂ ਨੂੰ ਜਿਹੜੀ ਪ੍ਰੋਬਲਮ ਆ ਰਹੀ ਹੈ ਉਹਨਾਂ ਨੂੰ ਬਸ ਇਹੀ ਹੈ ਜੀ, ਅਸੀਂ ਆਪਣੀ ਜਾ ਕੇ ਫਸਲ ਸਾਂਭੀਏ, ਫਸਲ ਨੂੰ ਜਿਸ ਤਰ੍ਹਾਂ ਮੰਡੀ 'ਚ ਪਹੁੰਚਾਈਏ, ਬਸ ਉਹ ਇਸੇ ਪ੍ਰੋਬਲਮ ਕਰਕੇ ਥੋੜਾ ਜਿਹਾ ਉਹਨਾਂ ਨੂੰ ਕਾਹਲੀ ਆ ਜਾਣ ਦੀ। ਹੋਰ ਅਦਰਵਾਈਜ਼ ਅਗਰ ਇੱਥੇ ਜੇ ਰਹਿਣ ਦੇ ਪ੍ਰਬੰਧ ਦੇਖੇ ਜਾਣ ਤਾਂ ਜੀ ਇੱਥੇ ਕੋਈ ਰਹਿਣ ਦੀ ਪ੍ਰੋਬਲਮ ਨਹੀਂ ਹੈਗੀ। ਏਸੀ ਕਮਰੇ ਮਿਲੇ ਹੋਏ ਸੰਗਤ ਨੂੰ ਜੀ। ਜੀ ਤੇ ਲੰਗਰ ਦਾ ਵੀ ਬਹੁਤ ਅੱਛਾ ਪ੍ਰਬੰਧ ਹੈ ਜੀ, ਸਵੇਰੇ ਦੁਪਹਿਰੇ ਸ਼ਾਮ ਮਤਲਬ 24 ਘੰਟੇ ਲੰਗਰ ਚੱਲਦਾ ਜੀ। 4000 ਬੰਦੇ ਦਾ ਸੰਗਤ ਡੇਲੀ ਬਣ ਕੇ ਨੇੜੇ ਤੇੜੇ ਪਿੰਡਾਂ ਦੇ ਵਿੱਚ ਜਾਂਦਾ ਜੀ, ਨੇੜੇ ਤੇੜੇ ਬਸਤੀਆਂ ਦੇ ਵਿੱਚ ਜਾਂਦਾ। ਨਹੀਂ, ਪਰ ਸਰਦਾਰ ਸੋਹਲ ਸਾਹਿਬ, ਜਿਹੜੀ ਮੇਨ ਗੱਲ ਜਿਹੜੀ ਹੈਗੀ ਹੈ, ਅਗਰ ਆਪਾਂ ਇਹ ਸਮਝੀਏ, ਖਾਣ ਪੀਣ ਦੀ ਕੋਈ ਚਿੰਤਾ ਨਹੀਂ ਹੈਗੀ, ਰਹਿਣ ਦੀ ਕੋਈ ਚਿੰਤਾ ਨਹੀਂ ਹੈਗੀ,
ਪਰ ਇਹਨਾਂ ਲੋਕਾਂ ਨੂੰ ਜਿਹੜਾ ਉਹਨਾਂ ਦਾ ਪਿਛੋਕੜ ਹਾਂਜੀ। ਜਿਹੜਾ ਉਹ ਸਤਾ ਰਿਹਾ ਕਿ ਅਸੀਂ ਜਾ ਕੇ ਅਰੇਂਜਮੈਂਟ ਕਰਨੇ ਨੇ, ਆਪਣੇ ਫਸਲਾਂ ਦਾ ਨੂੰ ਸੰਭਾਲਣਾ, ਅਸੀਂ ਆਪਣੇ ਘਰਾਂ ਦੀ ਦੇਖ ਰੇਖ ਕਰਨੀ ਹੈ। ਗੱਲ ਤਾਂ ਉਹਦੇ ਸੰਗਤ ਵਿੱਚ ਹੈ ਦੇ ਨਾ, ਵਿੱਚ- ਜੇ ਮੇਨ ਤੌਰ ਤੇ ਆਪਾਂ ਹਾਂਜੀ, ਗੱਲ ਹਾਂਜੀ। ਕਰਦੇ ਹਾਂ ਕਿ ਜਦੋਂ ਇਹ ਲੋਕਾਂ ਨੂੰ ਪਤਾ ਲੱਗਦਾ ਹੈ, ਜੇ ਸੰਗਤਾਂ ਨੂੰ ਜਦੋਂ ਇਹ ਪਤਾ ਲੱਗਦਾ ਹੈ ਕਿ ਜਿਹੜੀਆਂ ਵੱਡੀਆਂ ਵੱਡੀਆਂ ਕੰਪੇਨਾਂ ਮਹਾਰਾਸ਼ਟਰ ਦੇ ਵਿੱਚੋਂ ਫਸਲਾਂ ਕੱਟ ਕੇ ਪੰਜਾਬ ਦੇ ਵਿੱਚ ਵਾਪਸ ਆ ਸਕਦੀਆਂ ਨੇ, ਜਿਹੜੇ ਲੋਕਾਂ ਕੋਲ ਪੈਸੇ ਹੈਗੇ ਨੇ ਉਹ ਪ੍ਰਾਈਵੇਟ ਗੱਡੀਆਂ ਦੇ ਰਾਹੀਂ ਆਪਣੇ ਘਰਾਂ ਦੇ ਵਿੱਚ ਵਾਪਸ ਜਾ ਸਕਦੇ ਨੇ, ਤੇ ਫਿਰ ਇਹ ਲੋਕੀ ਵੀ ਆਪਣੇ ਆਪ 'ਚ ਇਹ ਮਹਿਸੂਸ ਕਰਦੇ ਨੇ ਕਿ ਇਹ ਪ੍ਰਬੰਧ ਜਿਹੜੇ ਸਾਡੇ ਵਾਸਤੇ ਕਿਉਂ ਨਹੀਂ ਹੋ ਸਕਦੇ। ਪਰ ਮੈਂ ਰਾਤੀ ਵੀ ਦੇਖਿਆ ਸੀ ਕੁਝ ਗੱਡੀਆਂ ਵਾਪਸ ਆਈਆਂ, ਪਰ ਜਿਹੜਾ ਜੀ ਉੱਥੇ ਰੋਕ ਲੈਂਦੇ ਨੇ, ਵਾਪਸ ਫਿਰ ਭੇਜ ਦਿੰਦੇ ਸਨ ਜੀ। ਸੰਗਤ ਆਪਣੇ ਮਤਲਬ ਰਿਸਕ ਤੇ ਜਾ ਰਹੀ ਹੈ ਜੀ। ਬਿਲਕੁਲ, ਅਗਰ ਰੁਪਈਆ ਸੋਲ ਲੈ ਸਾਹਿਬ ਰਹੇ ਨੇ ਹੋ ਜੀ ਸਕਦਾ ਹੈ ਟੈਕਸੀਆਂ ਥੋੜਾ ਵਾਲੇ, ਬਹੁਤਾ ਮਤਲਬ ਮੂਵ ਕਰ ਲਓ, ਹਜ਼ੂਰ- ਕਿਉਂਕਿ ਇੱਥੇ ਸਿਗਨਲ ਜਿਹੜਾ ਉਹ ਤੁਹਾਡਾ ਕੱਟ ਰਿਹਾ ਹੈਗਾ ਜੀ। ਹਾਂਜੀ, ਇੱਥੇ ਠੀਕ ਹੈ ਜੀ, ਆਵਾਜ਼ ਆ ਰਹੀ ਜੀ? ਹਾਂਜੀ, ਆਵਾਜ਼ ਆ ਰਹੀ ਹੈ ਜੀ। ਹਾਂਜੀ, ਹਾਂਜੀ ਵੀਰ ਜੀ, ਮਤਲਬ ਬਾਬਾ ਜੀ ਕੰਟੀਨਿਊ ਕਰੋ ਜੀ। ਹਾਂਜੀ, ਮਤਲਬ ਸੰਗਤ ਆਪਣੇ ਰਿਸਕ ਤੇ ਜਾ ਰਹੀ ਹੈ ਜੀ। ਜਿੰਨੀ ਵੀ ਇੱਥੇ ਸੰਗਤ ਹੈਗੀ ਇੱਥੋਂ ਟੈਕਸੀਆਂ ਕਰਕੇ ਜਾ ਰਹੇ ਨੇ, ਪਰ ਕੁਝ ਸੰਗਤ ਇਦਾਂ ਦੀ ਵੀ ਮਿਲੀ ਆ ਜਿਹੜੇ 25-25 30-30 ਹਜ਼ਾਰ ਰੁਪਇਆ ਖਰਾਬ ਕਰਕੇ ਇੱਥੋਂ ਮਤਲਬ ਨਾਂਦੇੜ ਤੋਂ 25 ਕਿਸੇ ਨੂੰ 25 ਕਿਲੋਮੀਟਰ ਤੋਂ ਮੋੜਤਾ, ਕਿਸੇ ਨੂੰ 250 ਕਿਲੋਮੀਟਰ ਤੋਂ ਵਾਪਸ ਮੋੜਤਾ ਜੀ। ਸੰਗਤ ਵਾਪਸ ਵੀ ਬਹੁਤ ਜ਼ਿਆਦਾ ਆ ਰਹੀ ਹੈ। ਜਿਹੜਾ ਇੱਕ ਅੱਧਾ ਨਿਕਲ ਜਾਂਦਾ ਜੀ। ਜੇ 10 ਗੱਡੀਆਂ ਚੱਲਦੀਆਂ ਨੇ, ਇੱਕ ਨਿਕਲ ਜਾਂਦੀ ਹੈ ਤੇ 9 ਵਾਪਸ ਹੀ ਆਉਂਦੀ ਹੈ ਜੀ। ਨਹੀਂ, ਬਿਲਕੁਲ ਮੈਂ ਉਹ ਗੱਲ ਨੂੰ ਸਮਝਦਾ, ਪਰ ਲੋਕ ਜਿਹੜੇ ਨੇ ਇਸ ਵੇਲੇ ਲੁੱਟ ਦਾ ਸ਼ਿਕਾਰ ਹੋ ਰਹੇ ਨੇ। ਲੋਕ ਜਿਹੜਾ ਲੁੱਟ ਹਾਂਜੀ, ਦਾ ਕਿਉਂਕਿ- ਸ਼ਿਕਾਰ ਹੋ ਰਹੇ ਨੇ ਕਿ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਆਪਣੇ ਘਰਾਂ ਦੇ ਵਿੱਚ ਚਲੇ ਜਾਣਾ, ਪਰ ਉਹਨਾਂ ਨੂੰ ਇਹ ਪਤਾ ਨਹੀਂ ਹੈਗਾ। ਬਿਲਕੁਲ ਮੈਂ ਜਿਸ ਤਰ੍ਹਾਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਜੇ 10 ਗੱਡੀਆਂ ਨਿਕਲਦੀਆਂ ਨੇ, ਹੋ ਸਕਦਾ ਇੱਕ ਗੱਡੀ ਜਿਹੜੀ ਉਹ ਪਾਸ ਕਰ ਜਾਏ, ਪਰ 9 ਗੱਡੀਆਂ ਵਾਪਸ ਹੋਣਗੀਆਂ, ਕਿਉਂਕਿ ਪ੍ਰਸ਼ਾਸਨ ਵੱਲੋਂ ਪ੍ਰਬੰਧ ਹਾਂਜੀ। ਜਿਹੜੇ ਨੇ ਬੜੇ ਸਖਤ ਕੀਤੇ ਗਏ ਨੇ। ਪਰ ਜੇ ਜਿਹੜਾ 250 ਕਿਲੋਮੀਟਰ ਤੋਂ ਜਾਂ 25 ਕਿਲੋਮੀਟਰ ਤੋਂ ਘੁੰਮ ਕੇ ਵਾਪਸ ਆ ਰਿਹਾ ਹੈ, ਉਹ ਆਪਣੇ ਨਾਲ ਕੀ ਵਾਪਸ ਲੈ ਕੇ ਆ ਰਿਹਾ, ਇਹ ਵੀ ਆਪਣੇ ਆਪ ਸਭ ਤੋਂ ਵੱਡੀ ਚਿੰਤਾ। ਉਹ ਤਾਂ ਜਿਹੜੇ ਵਾਪਸ ਆ ਰਹੇ ਆ ਉਹ ਤਾਂ ਫਿਰ ਦੂਸਰਿਆਂ ਨੂੰ ਦੱਸਦੇ ਆ ਕਿ ਤੁਸੀਂ ਪਲੀਜ਼ ਇਹ ਚੀਜ਼ ਨਾ ਕਰੋ। ਪਰ ਬਾਕੀ ਇਹ ਹੈ ਜੀ, ਸੰਗਤ ਨੂੰ ਸਾਰਾ ਪਤਾ ਜੀ ਇੱਥੇ ਪ੍ਰੋਬਲਮਸ ਆ ਰਹੀਆਂ ਨੇ, ਪਰ ਫਿਰ ਵੀ ਨਹੀਂ ਹਟਦੇ ਕੁਛ। ਬਾਬਾ ਜੀ ਨੇ ਕਿਹਾ ਹੋਇਆ ਕਿ ਅਸੀਂ ਤੁਹਾਡੇ ਲਈ ਪ੍ਰੋਪਰ ਅਰੇਂਜਮੈਂਟ ਕਰਾਂਗੇ, ਜਦੋਂ ਸਾਨੂੰ ਸਰਕਾਰ ਤੋਂ ਪਰਮਿਸ਼ਨ ਮਿਲ ਗਈ ਅਸੀਂ ਤੁਹਾਨੂੰ ਸੇਫਲੀ ਘਰਾਂ ਦੇ ਵਿੱਚ ਪਹੁੰਚਾ ਦਾਂਗੇ। ਜੀ, ਪਰ ਉਹੀ ਆ ਜੀ, ਸੰਗਤ ਸਾਡੇ ਦੇ ਨਾਲ ਮਨ ਦੇ ਵਿੱਚ ਇਹ ਸਰਦਾਰ ਹੁੰਦਾ ਕਿ ਦਵਿੰਦਰਪਾਲ ਸਿੰਘ ਜੀ ਜੁੜੇ ਹੋਏ ਨੇ ਇਸ ਵੇਲੇ। ਸੋਹਲ ਸਾਹਿਬ, ਮੈਂ ਹਾਂਜੀ। ਸੋਹਲ ਸਾਹਿਬ ਬਿਲਕੁਲ ਸਰਦਾਰ ਦਵਿੰਦਰਪਾਲ ਸਿੰਘ ਜੀ ਜਿਹੜੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਸ਼ਾਇਦ 20 ਅਪ੍ਰੈਲ ਤੱਕ ਕੋਈ ਪਰਮਿਸ਼ਨ ਆਉਣ ਦੀ ਜਿਹੜੀ ਆ ਉਹ ਉਮੀਦ ਹੈਗੀ ਹੈ, ਤੇ ਉਦੋਂ ਤੱਕ ਜਿਹੜਾ ਸ਼ਾਇਦ ਕੋਈ ਨਾ ਕੋਈ ਢੰਗ ਤਰੀਕਾ ਜਿਹੜਾ ਅਪਣਾਇਆ ਜਾ ਸਕਦਾ ਹੈ। ਮੈਂ ਦਵਿੰਦਰਪਾਲ ਹਾਂਜੀ, ਜੀ ਬਿਲਕੁਲ ਜੀ। ਤੁਹਾਨੂੰ ਬੇਨਤੀ ਕਰਦਾ ਕਿ ਜਿਹੜਾ ਸੰਗਤਾਂ ਨੂੰ ਜਿਹੜਾ ਦੱਸਣ ਦੀ ਕੋਸ਼ਿਸ਼ ਕਰੋ, ਕਿਉਂਕਿ ਸਰਦਾਰ ਸੋਹਲ ਉਹਨਾਂ ਦੇ ਵਿੱਚੋਂ ਇੱਕ ਹੈਗੇ ਨੇ ਤੇ ਜ਼ਰੂਰ ਤੁਹਾਡੀ ਗੱਲ ਨੂੰ ਜਿਹੜਾ ਅੱਗੇ ਪਹੁੰਚਾ ਸਕਦੇ ਨੇ। ਮਹਾਰਾਜ ਕਿਰਪਾ ਕਰੇਗੀ, ਕਿਉਂਕਿ ਰੈਗੂਲਰ ਟਾਈ ਅਪ ਹੋ ਰਿਹਾ ਹੈ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵੱਲੋਂ, ਕਲੈਕਟਰ ਸਾਹਿਬ ਵੱਲੋਂ ਵੀ। ਜਿਵੇਂ ਮੈਂ ਆਪ ਜੀ ਨੂੰ ਦੱਸਿਆ ਕਿ ਮਹਾਰਾਸ਼ਟਰ ਦੀ ਕੈਬਨਿਟ ਮਿਨਿਸਟਰੀ ਪਰਸੋਂ ਪਾਸ ਹੋਇਆ ਹੈ ਕਿ ਵੀ ਸੈਂਟਰ ਕੋਲੋਂ ਜਲਦੀ ਤੋਂ ਜਲਦੀ ਪਰਮਿਸ਼ਨ ਲੈ ਕੇ ਅਸੀਂ ਯਾਤਰਾ ਨੂੰ ਘਰੋਂ ਘਰ ਪਹੁੰਚਾਈਏ, ਤੇ ਇਸ ਕਰਕੇ ਉਮੀਦ ਹੈ ਕਿ ਵੀ 20 ਅਪ੍ਰੈਲ ਨੂੰ ਸ਼ਾਇਦ ਕੁਝ ਸਾਨੂੰ ਆਸ ਹੈ ਕਿ ਵੀ ਪਰਮਿਸ਼ਨ ਮਿਲਣ ਦੀ, ਤਾਂ ਜੋ ਸੰਗਤਾਂ ਨੂੰ ਜਲਦੀ। ਠੀਕ ਹੈ। ਅਦਰਵਾਈਜ਼ 3 ਮਈ ਤੇ PM ਸਾਹਿਬ ਨੇ ਕਿਹਾ ਹੀ ਹੈ ਕਿ ਲਾਕਡਾਊਨ। ਸਾਡੇ ਵੱਲੋਂ ਪੂਰੀ ਕੋਸ਼ਿਸ਼ ਠੀਕ ਹੋ ਹੈ ਰਹੀ ਹੈ ਕਿ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਭੇਜਿਆ ਜਾਏ। ਤੇ ਨਾਲੇ ਜਿਵੇਂ ਠੀਕ ਹੈ ਸੋਲ ਜੀ। ਸਾਹਿਬ ਨੇ ਵੀ ਬਿਲਕੁਲ ਕੀਤਾ ਕਿ ਵੀ ਜੀ। ਬਾਬਾ ਨਰਿੰਦਰ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਜੀ, ਤਖਤ ਸੱਚਖੰਡ ਸ੍ਰੀ ਹਜ਼ੂਰ ਲੰਗਰ ਦੇ ਬਹੁਤ ਸੁਚੱਜੇ ਪ੍ਰਬੰਧ, ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ। AC ਕਮਰੇ ਫ੍ਰੀ ਸੰਗਤਾਂ ਨੂੰ ਮਿਲੇ ਹੋਏ ਹਨ, ਮੈਡੀਕਲ ਫੈਸਿਲਿਟੀ ਪੂਰੀ ਮਿਲੀ ਹੈ। ਸੋਲ ਸਾਹਿਬ ਨੇ ਵੀ ਇਹ ਦੱਸਿਆ ਆਪ ਜੀ ਨੂੰ। ਤਾਂ ਉਸ ਤਰੀਕੇ ਨਾਲ ਸਿਰਫ ਹੋਮ ਸਿਕਨੈਸ ਹੈ ਤੇ ਆਪਣਾ ਜਿਹੜਾ ਬਿਜ਼ਨਸ ਹੈ ਐਗਰੀਕਲਚਰ ਦਾ, ਜੋ ਖਾਸ ਕਰ ਪਿੰਡਾਂ ਦੇ ਆਪਣੇ ਜੱਟ ਪਿੰਡਾਂ ਦੇ ਭਰਾ ਇੱਥੇ ਸੰਗਤੀ ਰੂਪ ਵਿੱਚ ਆਏ ਨੇ, ਉਹਨਾਂ ਨੂੰ ਆਪਣੀ ਐਗਰੀਕਲਚਰ ਦਾ, ਅਦਰਵਾਈਜ਼ ਕੋਈ ਦਿੱਕਤ ਨਹੀਂ ਇੱਥੇ। ਨਹੀਂ, ਮੈਂ ਬਿਲਕੁਲ ਇਸ ਚੀਜ਼ ਦੀ ਜਿਹੜੀ ਆ ਹਾਮੀ ਭਰਦਾ ਜੀ, ਕੋਈ ਵੀ ਇੱਥੇ ਚਿੰਤਾ ਨਹੀਂ ਹੈਗੀ। ਪਰ ਜਿਹੜੇ ਲੋਕ ਜਾ ਕੇ ਵਾਪਸ ਆ ਰਹੇ ਨੇ, ਮੈਨੂੰ ਸਭ ਤੋਂ ਵੱਡੀ ਚਿੰਤਾ ਉਹਨਾਂ ਲੋਕਾਂ ਦੀ ਸਤਾ ਰਹੀ ਹੈ ਕਿ ਅਗਰ ਉਹ ਕਿਤੇ ਉਤਰਦੇ ਨੇ, ਕਿਸੇ ਬੰਦੇ ਨੂੰ ਮਿਲਦੇ ਨੇ, ਕਿਸੇ ਬੰਦੇ ਨਾਲ ਹੱਥ ਮਿਲਾਉਂਦੇ ਨੇ, ਜਾਂ ਕਿਸੇ ਬੰਦੇ ਨੂੰ ਬੇਨਤੀ ਕਰਦੇ ਨੇ, ਕਿਸੇ ਢਾਬੇ ਤੋਂ ਖਾਂਦੇ ਪੀ ਕੇ ਫਿਰ ਵਾਪਸ ਹੁੰਦੇ ਨੇ, ਉਹ ਜ਼ਿਆਦਾ ਖਤਰਾ ਹੈਗਾ। ਉਹ ਹੋਰ ਲੋਕਾਂ ਨੂੰ ਵੀ ਬਿਮਾਰ ਕਰ ਸਕਦੇ ਨੇ। ਮਿਲਣ ਦਾ ਜ਼ਿਆਦਾ ਖਤਰਾ ਹੈਗਾ, ਇਸ ਕਰਕੇ ਰਿਸਕ ਲੈਣਾ ਹੀ ਨਹੀਂ ਚਾਹੀਦਾ। ਬਿਲਕੁਲ ਉਹੀ ਗੱਲ ਹੈ ਨਾ, ਸਰਕਾਰ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਜਾਂ ਤਾਂ ਬਿਲਕੁਲ ਹੀ
बैरीकेड ਜਿਹੜੇ ਕੀਤੇ ਜਾਣ ਕਿ ਕੋਈ ਵੀ ਜਿਹੜਾ ਬਾਹਰ ਨਾ ਨਿਕਲ ਸਕੇ। ਪਰ ਜੇ ਕੋਈ ਬੰਦਾ 25 ਕਿਲੋਮੀਟਰ ਜਾ ਸਕਦਾ, 250 ਕਿਲੋਮੀਟਰ ਜਾ ਸਕਦਾ, ਤਾਂ ਕੋਈ ਬੰਦਾ ਜਿਹੜਾ 100 ਚੋਂ 10 ਜਿਹੜੇ ਉਹ ਸਫਲ ਵੀ ਹੋ ਸਕਦੇ ਨੇ ਆਪਣੀ ਮੰਜ਼ਿਲ ਤੱਕ ਜਾਣ ਵਾਸਤੇ। ਤਾਂ ਆਪਣੇ ਆਪ 'ਚ ਜਿਹੜੀ ਗੱਲ ਫੈਲਦੀ ਹੈ ਤਾਂ ਹਰ ਕੋਈ ਟਰਾਈ ਕਰਦਾ ਕਿ ਚਲੋ ਮੈਂ ਵੀ ਕੋਸ਼ਿਸ਼ ਕਰ ਲੈਣਾ ਕਿ ਸ਼ਾਇਦ ਮੈਂ ਉੱਥੇ ਜਾ ਕੇ ਆਪਣਾ ਕੰਮ ਜਿਹੜਾ ਉਹ ਕਰ ਸਕਾਂ, ਜਿਹੜਾ ਕਿ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹੈਗਾ। ਸੋ ਪ੍ਰੋਗਰਾਮ ਦਾ ਸਮਾਂ ਜਿਹੜਾ ਮੈਨੂੰ ਇਜਾਜ਼ਤ ਨਹੀਂ ਦਿੰਦਾ ਜੀ ਮੈਂ ਅੱਗੇ ਜਾ ਸਕਾਂ। ਸਰਦਾਰ ਮਨਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਸਰਦਾਰ ਹਰਵਿੰਦਰ ਸਿੰਘ ਸੋਹਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ 2 ਕੰਮ ਅੱਜ ਪੂਰੇ ਕੀਤੇ ਨੇ। ਬਾਬਾ ਨਰਿੰਦਰ ਸਿੰਘ ਜੀ ਹੋਣਾ ਨਾਲ ਸਾਡੀ ਗੱਲਬਾਤ ਕਰਾਈ ਹੈ ਤੇ ਸੰਗਤੀ ਰੂਪ ਦੇ ਵਿੱਚ ਵੀ ਤੁਸੀਂ ਆਪਣੇ ਜਿਹੜੇ ਵਿਊਜ਼ ਨੇ ਉਹ ਸਾਡੇ ਨਾਲ ਸਾਂਝੇ ਕੀਤੇ ਨੇ। ਸਰਦਾਰ ਦਵਿੰਦਰਪਾਲ ਸਿੰਘ ਜੀ ਚਾਵਲਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਵੀ ਜਿਹੜਾ ਤੜਕੇ ਦਾ ਜੁੜ ਕੇ ਜਿਹੜਾ ਸਾਡੇ ਨਾਲ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕੀਤੇ ਨੇ ਤੇ ਸਰਕਾਰ ਦੇ ਨਾਲ ਜਿਹੜਾ ਤੁਹਾਡਾ ਸੰਪਰਕ ਹੈਗਾ ਉਹਦੇ ਬਾਰੇ ਵੀ ਸਾਨੂੰ ਜਿਹੜਾ ਉਹ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਬਹੁਤ ਧੰਨਵਾਦ ਜੀ। ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਤੇ ਦੋਸਤੋ ਬਿਲਕੁਲ ਜਿਸ ਤਰੀਕੇ ਨਾਲ ਪ੍ਰੋਗਰਾਮ ਦੀ ਅਸੀਂ ਰੂਪਰੇਖਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਾਂ, ਪਰ ਕੁਝ ਟੈਕਨੀਕਲ ਫਾਲਟਸ ਦੇ ਕਰਕੇ ਜਿਹੜਾ ਅਸੀਂ ਉਸ ਤਰੀਕੇ ਨਾਲ ਜਿਹੜੀ ਅਸੀਂ ਵਿਉਂਤ ਬਣਾਈ ਸੀ, ਤਰੀਕਾ ਬਣਾਇਆ ਸੀ, ਉਸ ਤਰੀਕੇ ਨਾਲ ਨਹੀਂ ਕਰ ਪਾਏ। ਪਰ ਫਿਰ ਵੀ ਅਸੀਂ ਪੂਰੀ ਕੋਸ਼ਿਸ਼ ਜਿਹੜੀ ਸੀ ਸਾਡੀ ਇਹ ਸੀ ਕਿ ਅਸੀਂ ਸੰਗਤਾਂ ਨੂੰ ਵੀ ਸੁਨੇਹਾ ਦੇ ਸਕੀਏ ਤੇ ਸੰਗਤਾਂ ਦੀ ਜਿਹੜੀ ਆਵਾਜ਼ ਹੈਗੀ ਆ ਉਹਨੂੰ ਵੀ ਦੁਨੀਆ ਤੱਕ ਪਹੁੰਚਾ ਸਕੀਏ ਕਿ ਅਸਲ ਦੇ ਵਿੱਚ ਕੀ ਕੁਛ ਜਿਹੜਾ ਉਹ ਹੋ ਰਿਹਾ। 3500 ਦੇ ਕਰੀਬ ਜਿਹੜੀ ਸੰਗਤ ਇਸ ਵੇਲੇ ਉੱਥੇ ਗੁਰੂ ਘਰ ਦੇ ਵਿੱਚ ਹੈਗੀ ਹੈ, ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਆਪਣੇ ਆਪਣੇ ਤਰੀਕੇ ਨਾਲ ਆਪਣੇ ਆਪਣੇ ਘਰਾਂ ਦੇ ਵਿੱਚ ਜਾਈਏ। ਬਿਲਕੁਲ ਇਹ ਵੀ ਜਿਹੜਾ ਪੱਖ ਸਾਡੇ ਸਾਹਮਣੇ ਆਇਆ ਸੀ ਕਿ ਸੰਗਤਾਂ ਦੀ ਲੁੱਟ ਹੋ ਰਹੀ ਹੈ, ਕੋਈ 25000 ਗਵਾ ਰਿਹਾ, ਕੋਈ 10000 ਗਵਾ ਰਿਹਾ, ਕੋਈ ਜਿਹੜਾ ਉਸ ਪੈਸੇ ਨੂੰ ਖਰਚ ਕੇ ਆਪਣੇ ਘਰਾਂ ਤੱਕ ਪਹੁੰਚ ਰਿਹਾ। ਪਰ ਬਹੁਤ ਸਾਰੇ ਇਹੋ ਜਿਹੇ ਲੋਕ ਵੀ ਹੈਗੇ ਨੇ ਜਿਹੜੇ ਉਸ ਪੈਸੇ ਨੂੰ ਖਰਚਣ ਦੇ ਬਾਵਜੂਦ ਜਿਹੜਾ ਹੈ ਫਿਰ ਉੱਥੇ ਦੇ ਉੱਥੇ ਹੀ ਫਸੇ ਹੋਏ ਨੇ। ਪੈਸਾ ਵੀ ਗਵਾਇਆ, ਆਪਣੇ ਆਪ ਨੂੰ ਖਤਰੇ ਦੇ ਵਿੱਚ ਵੀ ਪਾਇਆ ਅਤੇ ਦੁਬਾਰਾ ਤੋਂ ਫਿਰ ਆਪਾਂ ਨੂੰ ਜਾ ਕੇ ਗੁਰੂ ਘਰ ਹੀ ਜਿਹੜੀ ਆ ਉਹ ਸਹਾਰਾ ਲੈਣਾ ਪਿਆ। ਇਹ ਵੀ ਆਪਣੇ ਆਪ 'ਚ ਇੱਕ ਸੱਚਾਈ ਹੈ। ਪਰ ਜੇ ਸਰਕਾਰ ਸਹੀ ਤਰੀਕੇ ਨਾਲ ਇਹਨੂੰ ਟਰੀਟ ਕਰੇ, ਸਹੀ ਤਰੀਕੇ ਨਾਲ ਪੁਖਤਾ ਪ੍ਰਬੰਧ ਕਰੇ ਅਤੇ ਜਿਹੜੇ ਲੋਕ 250 ਕਿਲੋਮੀਟਰ ਜਾਂ 500 ਕਿਲੋਮੀਟਰ ਜਾ ਕੇ ਵਾਪਸ ਆ ਸਕਦੇ ਨੇ ਉਹ ਲੋਕ ਜਿਹੜੇ ਨੇ ਉਹ ਜ਼ਰੂਰ ਆਪਣੇ ਆਪ 'ਚ ਜੇ ਵਾਪਸ ਉਹਨਾਂ ਨੂੰ ਪੂਰੇ ਰਸਤੇ ਤੱਕ ਜਾਣ ਦੀ ਆਗਿਆ ਦਿੱਤੀ ਜਾਵੇ ਤਾਂ ਉਹਨਾਂ ਵਾਸਤੇ ਵੀ ਖਤਰਾ ਘੱਟ ਹੋਵੇਗਾ ਤੇ ਜਿਹੜੇ ਇਸ ਵੇਲੇ ਗੁਰੂ ਘਰ ਦੇ ਵਿੱਚ ਸੰਗਤਾਂ ਨੇ ਉਹਨਾਂ ਦੇ ਵਾਸਤੇ ਵੀ ਖਤਰਾ ਜਿਹੜਾ ਘੱਟ ਹੋਵੇਗਾ। ਕਿਉਂਕਿ ਪ੍ਰਾਈਵੇਟ ਟਰਾਂਸਪੋਰਟ ਜਿਹੜੀ ਆਪਰੇਟਰ ਹੈਗੇ ਨੇ ਉਹਨਾਂ ਨੂੰ ਪਤਾ ਹੁੰਦਾ ਕਿੱਥੋਂ ਨਿਕਲਣਾ, ਕਿਸ ਤਰੀਕੇ ਨਾਲ ਨਿਕਲਣਾ, ਕਿੱਥੇ ਪੈਸੇ ਖਰਚਣੇ ਨੇ, ਕਿੱਥੇ ਪੈਸੇ ਨਹੀਂ ਖਰਚਣੇ। ਸੋ ਉਹਨਾਂ ਦੀ ਇਸ ਵੇਲੇ ਇਹ ਜਿਹੜਾ ਨਵਾਂ ਬਿਜ਼ਨਸ ਹੈ ਲੋਕਾਂ ਨੂੰ ਲੁੱਟਣ ਦਾ, ਉਹਦੇ ਇਹ ਲੋਕ ਸੰਗਤਾਂ ਜਿਹੜੀਆਂ ਨੇ ਉਹ ਸ਼ਿਕਾਰ ਹੋ ਰਹੀਆਂ ਨੇ। ਸੋ ਇਸ ਪ੍ਰੋਗਰਾਮ ਨੂੰ ਅੱਜ ਇੱਥੇ ਸਮਾਪਤ ਕਰਦੇ ਹਾਂ ਜੀ। ਤੁਹਾਡੇ ਕੀ ਵਿਚਾਰ ਨੇ ਉਹਦੇ ਵਾਸਤੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@cktimetv.com ਅਤੇ ਨਾਲ ਹੀ ਨਾਲ mbiala@cktimetv.com। ਕੱਲ ਦੁਬਾਰਾ ਹੋਵੇਗੀ ਮੁਲਾਕਾਤ। ਇਸੇ ਤਰੀਕੇ ਨਾਲ ਤੁਸੀਂ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ। ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਸਤਿ ਸ਼੍ਰੀ ਅਕਾਲ ਜੀਓ।